ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਜਵਾਬ ਭਾਗ ਨੰਬਰ 27 ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋਇਆ ਹਾਂ। ਬਹੁਤ ਸਾਰਾ ਇਸ ਮੈਟਰ ਨੂੰ ਸਰੋਤਿਆਂ ਨੇ ਪਸੰਦ ਕੀਤਾ। ਲਗਾਤਾਰ ਸਵਾਲ ਆ ਰਹੇ ਨੇ ਅਤੇ ਦਾਸ ਉਹਨਾਂ ਦੇ ਜਵਾਬ ਦੇਣ ਦਾ ਉਪਰਾਲਾ ਕਰ ਰਿਹਾ ਅਤੇ ਤੁਸੀਂ ਇੱਥੇ ਰੁਕ ਨਹੀਂ ਜਾਣਾ। ਇਹ ਸਵਾਲ ਜਵਾਬ ਬਹੁਤ ਛੋਟੇ ਪੱਧਰ ਦੇ ਮੈਂ ਕਹਿ ਸਕਦਾ, ਕਿਉਂਕਿ ਸਾਡੇ ਮਾਨਸਿਕ ਵਿਕਾਸ ਦੀ ਕੋਈ ਸੀਮਾ ਨਹੀਂ ਹੁੰਦੀ। ਜਿਹੜਾ ਬੰਦਾ ਪੁੱਛਣ ਵਾਸਤੇ ਉਤਸ਼ਾਹਤ ਹੁੰਦਾ ਹੈ, ਆਪਣੇ ਸ਼ੰਕੇ ਦੂਰ ਕਰਨਾ ਚਾਹੁੰਦਾ ਹੈ, ਇਹਦਾ ਮਤਲਬ ਕੁਝ ਹੱਦ ਤੱਕ ਉਹਦਾ ਮਾਨਸਿਕ ਵਿਕਾਸ ਹੋ ਰਿਹਾ ਹੈ। ਜਿਹੜਾ ਕਦੀ ਸਵਾਲ ਨਹੀਂ ਕਰਦਾ, ਨੀਵੀਂ ਪਾ ਕੇ ਸ਼ਰਧਾ ਰੱਖਦਾ ਹੈ, ਕੇਵਲ ਦੂਜਿਆਂ ਦੀ ਆਖੀ ਝਟਪਟ ਮੰਨ ਲੈਂਦਾ ਹੈ, ਆਪ ਉਹਦੇ ਅੰਦਰ ਉਹਨੂੰ ਠੀਕ ਅਤੇ ਗਲਤ ਪਛਾਣਨ ਦੀ ਜਗਿਆਸਾ ਹੀ ਪੈਦਾ ਨਹੀਂ ਹੁੰਦੀ, ਤਾਂ ਉਹ ਬੰਦਾ ਵਿਕਾਸ ਨਹੀਂ ਕਰ ਸਕਦਾ ਅਤੇ ਉਹਨੂੰ ਕੋਈ ਦੂਜਾ ਕੁਰਾਹੇ ਵੀ ਪਾ ਸਕਦਾ, ਕਿਉਂਕਿ ਉਹਦੇ ਆਪਣੇ ਕੋਲੇ ਠੀਕ ਅਤੇ ਗਲਤ ਦੀ ਪਛਾਣ ਕਰਨ ਦੀ ਯੋਗਤਾ ਨਹੀਂ ਹੁੰਦੀ। ਤੁਸੀਂ ਆਪਣੇ ਅੰਦਰ ਇਹ ਯੋਗਤਾ ਪੈਦਾ ਕਰਨੀ ਹੈ ਕਿ ਤੁਹਾਨੂੰ ਕੋਈ ਕੁਰਾਹੇ ਨਾ ਪਾ ਦੇਵੇ, ਤੁਸੀਂ ਠੀਕ ਅਤੇ ਗਲਤ ਨੂੰ ਪਛਾਣ ਸਕੋ। ਅਤੇ ਅੱਜ ਜਿਹੜੇ ਸਵਾਲ ਜਵਾਬ 10 ਤੁਹਾਡੇ ਸਨਮੁਖ ਰੱਖਣ ਲੱਗੇ ਹਾਂ, ਉਮੀਦ ਕਰਦੇ ਹਾਂ ਇਹਨਾਂ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਦਾ ਤਰੀਕਾ ਅਪਣਾਓਗੇ, ਹੋਰ ਅੱਗੇ ਆਪਣਾ ਮਾਨਸਿਕ ਵਿਕਾਸ ਕਰਦੇ ਜਾਓਗੇ। ਤੁਸੀਂ ਤਤ ਗੁਰਮਤ ਗਿਆਨ TV ਤੋਂ ਇਹ ਲਾਹਾ ਲੈ ਸਕਦੇ ਹੋ ਅਤੇ ਮੇਰੀ ਫੇਸਬੁੱਕ ਤੋਂ ਵੀ ਤੁਸੀਂ ਸਵਾਲ ਜਵਾਬ ਦਾ ਸਿਲਸਿਲਾ ਪੜ੍ਹ ਸਕਦੇ ਹੋ। ਅੱਜ ਸਵਾਲ ਨੰਬਰ 271 ਭਾਈ ਤਵਿੰਦਰ ਸਿੰਘ ਮੋਠਾਂਵਾਲਾ, ਜ਼ਿਲ੍ਹਾ ਕਪੂਰਥਲਾ ਤੋਂ। ਇਹਨਾਂ ਨੇ ਸਵਾਲ ਕੀਤਾ, ਘੱਲੇ ਆਵੈਂ ਨਾਨਕਾ ਸੱਦੇ ਉੱਠੀ ਜਾਹੇ। ਕੀ ਇਹ ਸਾਰੇ ਕਾਰਜ ਰੱਬ ਕਰਦਾ ਹੈ? ਭਾਵ ਕਿ ਇਨਸਾਨ ਨੂੰ ਰੱਬ ਹੀ ਧਰਤੀ 'ਤੇ ਭੇਜਦਾ ਅਤੇ ਰੱਬ ਹੀ ਵਾਪਸ ਬੁਲਾ ਲੈਂਦਾ। ਪੁਜਾਰੀਆਂ ਨੇ ਇਹੋ ਹੀ ਸਾਨੂੰ ਅੱਜ ਤੱਕ ਦੱਸਿਆ। ਪਰ ਇਹ ਜ਼ਰੂਰ ਧਿਆਨ ਰਵੇ, ਮੈਂ ਬਾਰ-ਬਾਰ ਬੇਨਤੀ ਕਰਿਆ ਕਰਦਾ ਕਿ ਜਦੋਂ ਕੋਈ ਇੱਕ ਪੰਕਤੀ ਤੁਸੀਂ ਕਿਸੇ ਤੋਂ ਸੁਣੋ ਤਾਂ ਤੁਰੰਤ ਉਹ ਤੋਂ ਸਾਰਾ ਸ਼ਬਦ ਪੜ੍ਹ ਕੇ ਸੁਣਾਉਣ ਵਾਸਤੇ ਆਖੋ ਕਿ ਇਹ ਸਾਰਾ ਸ਼ਬਦ ਪੜ੍ਹ ਕੇ ਸੁਣਾਓ, ਅਤੇ ਉਹ ਨਹੀਂ ਸੁਣਾਵੇਗਾ ਤੁਹਾਨੂੰ। ਜਾਂ ਤਾਂ ਉਹਦੇ ਯਾਦ ਨਹੀਂ, ਉਹਨੇ ਵੀ ਇੱਕ ਅੱਧੀ ਪੰਕਤੀ ਕਿਤੋਂ ਸੁਣੀ ਹੁੰਦੀ ਹੈ, ਅਤੇ ਫਿਰ ਜਾਂ ਤੁਸੀਂ ਆਪ ਆਪਣੇ ਘਰ ਆ ਕੇ ਪੋਥੀਆਂ ਰੱਖੋ, ਪੋਥੀਆਂ ਦੇ ਉੱਤੋਂ ਆਪ ਵੇਖੋ ਕਿ ਇਹ ਸ਼ਬਦ ਪੂਰੇ ਦਾ ਕੀ ਭਾਵ ਹੈ। ਜਦੋਂ ਤੁਸੀਂ ਪੂਰਾ ਸ਼ਬਦ ਪੜ੍ਹੋਗੇ ਇਹਦੇ ਭਾਵ ਅਰਥ ਹੋਰ ਨਿਕਲਣਗੇ। ਇੱਕ ਪੰਕਤੀ ਨੂੰ ਲੈ ਕੇ ਸਾਨੂੰ ਕਈ ਵਾਰੀ ਕੁਰਾਹੇ ਪਾ ਦਿੱਤਾ ਜਾਂਦਾ ਹੈ। ਇਹ ਸ਼ਬਦ 1239 ਪੰਨੇ 'ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਲਿਖਦੇ ਨੇ, ਤਿਸ ਸਿਉ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ। ਉਹਦੇ ਅੱਗੇ ਕੀ ਬੋਲੀਏ? ਜਿਹੜਾ ਆਪ ਜਾਣੀ ਜਾਣੈ, ਭਾਵ ਕਿ ਲੋਕਾਂ ਨੇ ਤਾਂ ਇਹ ਗੱਲ ਰੱਬ ਨਾਲ ਜੋੜ ਦਿੱਤੀ ਹੈ, ਪਰ ਇੱਥੇ ਭਾਵ ਹੈ ਕਿ ਭਾਈ ਜਿਹੜਾ ਆਪਣੇ ਆਪ ਨੂੰ ਪਹਿਲਾਂ ਹੀ ਜਾਣੀ ਜਾਣ ਸਮਝਦਾ ਹੈ ਕਿ ਮੈਂ ਤਾਂ ਸਾਰਾ ਕੁਝ ਸਮਝਦਾ, ਉਹਨੂੰ ਕੀ ਸੁਣਾਈਏ? ਉਹ ਤਾਂ ਸੁਣਨਾ ਹੀ ਨਹੀਂ ਚਾਹੁੰਦਾ, ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਦਾ। ਕੀਰੀ ਜਾਂਕੀ ਨਾ ਫਿਰੈ ਸਾਹਿਬ ਸੋ ਫਰਮਾਨ। ਜਿਹਦੀ ਲਿਖਤ, ਭਾਵ ਕਿ ਜਿਹਦੇ ਨਿਯਮ ਨੂੰ ਬਦਲਿਆ ਨਹੀਂ ਜਾ ਸਕਦਾ, ਅਸਲੀ ਸਾਹਿਬ ਉਹ ਹੈ। ਅਸੀਂ ਆਪ ਸਾਹਿਬ ਬਣ ਕੇ ਨਾ ਬੈਠ ਜਾਈਏ, ਆਪਣੇ ਹੁਕਮ ਜਬਰੀ ਦੂਜੇ 'ਤੇ ਨਾ ਠੋਸੀਏ, ਸੋ ਕੁਦਰਤ ਦੇ ਨਿਯਮਾਂ ਨੂੰ ਸਮਝੀਏ। ਕੀਰੀ ਜਿਸ ਕੀ ਚੱਲਣਾ ਮੀਰ ਮਲਕ ਸਲਾਰ। ਜਿਸ ਦੇ ਹੁਕਮ ਦੇ ਵਿੱਚ ਵੱਡੇ ਵੱਡੇ ਅਮੀਰ, ਯੋਧੇ, ਫਕੀਰ, ਬਾਦਸ਼ਾਹ ਸਾਰੇ ਹੀ ਉਸ ਕੁਦਰਤ ਦੇ ਕਾਨੂੰਨ ਵਿੱਚ ਚੱਲਦੇ ਨੇ, ਜਿਹੜੇ ਉਹ ਕਾਮਯਾਬ ਹੁੰਦੇ ਨੇ। ਜਿਹੜੇ ਉਹਦੇ ਨਿਯਮ 'ਚ ਨਹੀਂ ਚੱਲਦੇ ਉਹ ਜ਼ਿੰਦਗੀ 'ਚੋਂ ਫੇਲ ਹੋ ਜਾਂਦੇ ਨੇ। ਜੋ ਤਿਸ ਭਾਵੈ ਨਾਨਕਾ ਸਾਈ ਭਲੀ ਕਾਰ। ਉਹਨੇ ਨਿਯਮ ਬਹੁਤ ਉੱਤਮ ਦਰਜੇ ਦੇ ਬਣਾਏ ਨੇ। ਅੰਦਾਜ਼ਾ ਲਾ ਕੇ ਵੇਖੋ, ਜੇ ਉਹਦੇ ਨਿਯਮਾਂ ਦੇ ਵਿੱਚ ਕਦੀ ਗੜਬੜ ਹੋ ਜਾਵੇ, ਸੂਰਜ ਚੰਦ ਆਪਣਾ ਰਾਹ ਬਦਲ ਲੈਣ, ਧਰਤੀ ਆਪਣਾ ਢੰਗ ਤਰੀਕਾ ਬਦਲ ਲਵੇ ਅਤੇ ਸਮੁੰਦਰ ਉੱਠ ਕੇ ਬਾਹਰ ਨੂੰ ਚੱਲ ਪੈਣ, ਤਾਂ ਫਿਰ ਸਾਡਾ ਕੀ ਬਣੇ? ਇਹ ਧਰਤੀ, ਇਹ ਸੂਰਜ, ਇਹ ਚੰਦ, ਇਹ ਸਾਰੇ ਤਹਿਸ਼ ਨਹਿਸ਼ ਹੋ ਜਾਣਗੇ ਅਤੇ ਅਸੀਂ ਤਾਂ ਕਿਹੜੇ ਬਾਗ ਦੀ ਮੂਲੀ ਹਾਂ। ਜੋ ਤਿਸ ਭਾਵੈ ਨਾਨਕਾ ਸਾਈ ਭਲੀ ਕਾਰ। ਜਿਨ੍ਹਾਂ ਚੀਰੀ ਚੱਲਣਾ ਹੱਥ ਤਿਨਾ ਕਿਛ ਨਾਹੇ। ਜਿਨ੍ਹਾਂ ਨੇ ਉਸ ਨਿਯਮ ਚੱਲਣਾ ਹੈ, ਉਹ ਏਡਾ ਵੱਡਾ ਨਿਯਮ ਹੈ, ਉਹ ਆਪਣੀ ਤਾਕਤ ਨਾਲ ਉਸ ਨਿਯਮ ਨੂੰ ਬਦਲ ਨਹੀਂ ਸਕਦੇ। ਸਾਹਿਬ ਕਾ ਫਰਮਾਨ ਹੋਏ ਉੱਠੀ ਕਰ ਲੈ ਪਾਹੇ। ਉਹ ਜਿਹੜਾ ਨਿਯਮ ਹੈ ਕੁਦਰਤ ਦਾ, ਉਹਨੂੰ ਬਦਲਾ ਨਹੀਂ ਆਪਾਂ ਸਕਦੇ, ਉਹ ਤੇ ਲਗਾਤਾਰ ਉਹਨੂੰ ਮੰਨ ਕੇ ਉਸੇ ਰਸਤੇ 'ਤੇ
ਚੱਲਣਾ ਪੈਂਦਾ ਹੈ। ਸਿਫਤ ਜਿਨ੍ਹਾਂ ਕੋ ਅਗਲੀ, ਸਿਫਤ ਜਿਨ੍ਹਾਂ ਕੋ ਬਖਸ਼ੀ ਹੈ ਸੇਈ ਪੋਤੇਦਾਰ। ਜਿਨ੍ਹਾਂ ਨੂੰ ਉਹਦੀ ਸਿਫਤ ਸਲਾਹ ਭਾਵ ਕਿ ਉਹਦਾ ਗਿਆਨ ਆ ਜਾਂਦਾ ਹੈ, ਉਹ ਬਾਦਸ਼ਾਹ ਬਣ ਜਾਂਦੇ ਨੇ, ਉਹ ਖਜ਼ਾਨੇ ਵਾਲੇ ਬਣ ਜਾਂਦੇ ਨੇ। ਉਹਨਾਂ ਕੋਲੇ ਬਹੁਤ ਸਾਰਾ ਗਿਆਨ, ਉਹਨਾਂ ਕੋਲੇ ਬਹੁਤ ਸਾਰੇ ਖਜ਼ਾਨੇ, ਉਹਨਾਂ ਕੋਲੇ ਸੁੱਖ ਸਹੂਲਤਾਂ, ਉਹ ਸਾਰੀਆਂ ਆ ਜਾਂਦੀਆਂ ਨੇ। ਕੁੰਜੀ ਤਿੰਨ ਕੋ ਦਿੱਤੀ ਆ ਤਿਨਾ ਮਿਲੇ ਭੰਡਾਰ। ਜਿਨ੍ਹਾਂ ਨੂੰ ਕੁੰਜੀ ਉਹਨੇ ਬਖਸ਼ ਦਿੱਤੀ, ਕਿਹੜੀ ਕੁੰਜੀ? ਗਿਆਨ ਦੀ ਕੁੰਜੀ। ਜਿਨ੍ਹਾਂ ਕੋਲੇ ਗਿਆਨ ਦੀ ਕੁੰਜੀ ਆ ਗਈ ਉਹ ਭੰਡਾਰਿਆਂ ਦੇ ਮਾਲਕ ਬਣ ਗਏ। ਜਹ ਭੰਡਾਰੀ ਹੂੰ ਗੁਣ ਨਿਕਲ ਹੈ ਤੇ ਕੀ ਹੈ ਪ੍ਰਵਾਨ। ਨਦਰ ਤਿਨਾ ਕੋ ਨਾਨਕਾ ਨਾਮ ਜਿਨ੍ਹਾਂ ਨਿਸ਼ਾਨ। ਹੁਣ ਇੱਥੇ ਜਿਹਾ ਚੀਰੀ ਲਿਖਿਆ ਸਾਫ਼ ਆ ਗਿਆ ਕਿ ਘੱਲੇ ਆਵੈ ਨਾਨਕਾ ਸੱਦੇ ਉੱਠੀ ਜਾਹੇ। ਇਹ ਮੌਤ ਨਾਲ ਸੰਬੰਧਿਤ ਵੀ ਅਤੇ ਜਿਉਣ ਨਾਲ ਸੰਬੰਧਿਤ ਵੀ ਉਸ ਦੇ ਨਿਯਮ ਦੇ ਵਿੱਚ ਸਾਰਾ ਕੁਝ ਹੋ ਰਿਹਾ। ਇਹਨੂੰ ਆਪਾਂ ਬਦਲ ਨਹੀਂ ਸਕਦੇ। ਕਿਵੇਂ ਬਦਲ ਸਕਦੇ ਹਾਂ? ਜੇ ਸਾਨੂੰ ਮੌਤ ਦੀ ਦਰ, ਮੌਤ ਦੇ ਨੁਕਸ ਅਤੇ ਮੌਤ ਕਿਉਂ ਆਉਂਦੀ ਹੈ, ਇਹਨਾਂ ਢੰਗਾਂ ਤਰੀਕਿਆਂ ਦਾ ਪਤਾ ਲੱਗ ਜਾਵੇ ਤਾਂ ਉਮਰ ਲੰਮੀ ਹੋ ਸਕਦੀ ਹੈ, ਰੋਗਾਂ ਤੋਂ ਬਚਿਆ ਜਾ ਸਕਦਾ ਹੈ, ਐਕਸੀਡੈਂਟਾਂ ਤੋਂ ਬਚਿਆ ਜਾ ਸਕਦਾ ਹੈ, ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਕਤਲੋ ਗਾਰਤਾਂ ਤੋਂ ਬਚਿਆ ਜਾ ਸਕਦਾ ਹੈ। ਹੋਰ ਬੇਅੰਤ ਝੱਖੜ, ਹਨੇਰੀਆਂ, ਤੂਫਾਨ ਆਦਿਕ ਜਿਹੜੇ ਮੌਤ ਦਾ ਕਾਰਨ ਬਣਦੇ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਹੈ। ਵਿਗਿਆਨੀਆਂ ਨੇ ਇਹਨਾਂ ਨਿਯਮਾਂ ਨੂੰ ਸਮਝ ਕੇ ਬਹੁਤ ਕੁਝ ਨਵਾਂ ਬਣਾ ਲਿਆ ਅਤੇ ਮਨੁੱਖਾਂ ਦੀ ਉਮਰ ਲੰਮੀ ਕਰ ਦਿੱਤੀ ਹੈ, ਸੁੱਖ ਸਹੂਲਤਾਂ ਦੇ ਦਿੱਤੀਆਂ ਨੇ। ਉਹ ਭਾਵਨਾ ਆਪਣੇ ਮਨ 'ਚ ਰੱਖਣੀ ਹੈ ਕਿ ਅਸੀਂ ਕੇਵਲ ਉਸ ਕੁਦਰਤ ਦੇ ਅਟੱਲ ਨਿਯਮ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਢੰਗ ਨਾਲ ਜਿਉਣ ਦਾ ਉਪਰਾਲਾ ਕਰਨਾ। ਸਵਾਲ ਨੰਬਰ 272 ਭਾਈ ਤਵਿੰਦਰ ਸਿੰਘ ਮੋਠਾਂ ਵਾਲਾ। ਇਹਨਾਂ ਦਾ ਦੂਜਾ ਸਵਾਲ ਹੈ ਕਿ ਅਰਦਾਸ ਵਿੱਚ ਖੜ੍ਹੇ ਹੋਣਾ ਜ਼ਰੂਰੀ ਹੈ? ਗੁਰੂ ਪਿਆਰਿਓ, ਜਦੋਂ ਅਸੀਂ ਗੁਰਦੁਆਰੇ 'ਚ ਜਾਂ ਕਿਸੇ ਇਕੱਠ ਦੇ ਵਿੱਚ ਹੋਈਏ ਤਾਂ ਉਸ ਸਭਾ ਸੁਸਾਇਟੀ ਦੇ ਨਿਯਮਾਂ ਨੂੰ ਮੰਨਣਾ ਪੈਂਦਾ ਹੈ। ਇਕੱਲੇ ਤੌਰ 'ਤੇ ਅਸੀਂ ਉਹਨਾਂ ਦੇ ਨਿਯਮਾਂ ਨੂੰ ਤੋੜਾਂਗੇ ਤਾਂ ਅਸੀਂ ਅਪਮਾਨ ਕਰਵਾਵਾਂਗੇ ਅਤੇ ਸਾਨੂੰ ਕਈ ਤਰ੍ਹਾਂ ਦਾ ਸਜ਼ਾ ਦਾ ਭਾਗੀਦਾਰ ਸਮਝਿਆ ਜਾਵੇਗਾ ਅਤੇ ਉਹ ਸਭਾ ਸੁਸਾਇਟੀ ਦੇ ਵਿੱਚੋਂ ਵੱਖ ਕਰ ਦਿੱਤਾ ਜਾਵੇਗਾ। ਜੇ ਤੁਹਾਡਾ ਮਨ ਕਰੇ ਕਿ ਉਹ ਸੁਸਾਇਟੀ ਗਲਤ ਕੰਮ ਕਰ ਰਹੀ ਹੈ ਤਾਂ ਉੱਥੇ ਜਾਣ ਤੋਂ ਇਨਕਾਰ ਕਰ ਦਿਓ ਕਿ ਮੈਂ ਉੱਥੇ ਨਹੀਂ ਜਾ ਸਕਦਾ। ਪਰ ਜਦੋਂ ਤੁਸੀਂ ਕਿਸੇ ਸਭਾ ਸੁਸਾਇਟੀ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਉਹਨਾਂ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਜੇ ਤੁਹਾਨੂੰ ਕੁਝ ਗਲਤ ਲੱਗਦਾ ਹੈ ਤਾਂ ਪ੍ਰਬੰਧਕਾਂ ਦੇ ਨਾਲ ਵੱਖਰੇ ਤੌਰ 'ਤੇ ਪਿਆਰ ਭਰੇ ਤਰੀਕੇ ਨਾਲ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ। ਆਪਣੇ ਘਰ ਦੇ ਵਿੱਚ ਤੁਸੀਂ ਜਿਵੇਂ ਦਿਲ ਚਾਹੇ ਉਹ ਕਰ ਸਕਦੇ ਹੋ। ਬੈਠ ਕੇ ਅਰਦਾਸ ਕਰੋ, ਤੁਰਦੇ ਫਿਰਦੇ ਕਰੋ, ਖਲੋ ਕੇ ਕਰੋ। ਇਹ ਤੁਹਾਡੀ ਇੱਛਾ 'ਤੇ ਨਿਰਭਰ ਹੈ, ਤੁਹਾਡੀ ਸਰੀਰਕ ਬਣਤਰ 'ਤੇ ਨਿਰਭਰ ਹੈ, ਸਮਝ 'ਤੇ ਨਿਰਭਰ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਅਰਦਾਸ ਕਿਉਂ ਕਰਦੇ ਹੋ, ਕਾਹਦੇ ਵਾਸਤੇ ਕਰਦੇ ਹੋ। ਇੱਥੇ ਸੋਚਣਾ ਇਹ ਬਣਦਾ ਹੈ ਕਿ ਅਰਦਾਸ ਦਾ ਜਿਹੜਾ ਮਕਸਦ ਹੈ ਉਹ ਤੁਹਾਡੀ ਦਾ ਹੈ ਕੀ ਹੈ। ਕੀ ਤੁਸੀਂ ਅਰਦਾਸਾਂ ਕਰਕੇ ਰੱਬ ਕੋਲੋਂ ਕੋਈ ਧਨ ਪਦਾਰਥ ਮੰਗਦੇ ਹੋ? ਕੀ ਇਸ ਤਰ੍ਹਾਂ ਮੰਗਣ ਦੇ ਨਾਲ ਕੁਝ ਮਿਲ ਜਾਵੇਗਾ? ਇਹ ਇੱਕ ਲੰਮਾ ਵਿਸ਼ਾ ਹੈ। ਤੁਸੀਂ ਆਪਣੇ ਤੌਰ 'ਤੇ ਨਿੱਜੀ ਜ਼ਿੰਦਗੀ ਵਿੱਚ ਜੋ ਦਿਲ ਚਾਹੇ ਕਰ ਸਕਦੇ ਹੋ, ਪਰ ਸਭਾ ਸੁਸਾਇਟੀ ਦੇ ਵਿੱਚ ਤੁਹਾਨੂੰ ਉੱਥੋਂ ਦੇ ਨਿਯਮਾਂ ਦੇ ਮੁਤਾਬਕ ਚੱਲਣਾ ਪਵੇਗਾ। ਜੇ ਉਹ ਖੜ੍ਹੇ ਹੋ ਕੇ ਅਰਦਾਸ ਕਰਦੇ ਨੇ ਤਾਂ ਖੜ੍ਹੇ ਹੋ ਕੇ ਹੀ ਅਰਦਾਸ ਤੁਹਾਨੂੰ ਕਰਨੀ ਪਵੇਗੀ। ਅਤੇ ਪਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਜਦੋਂ ਆਨੰਦ ਕਾਰਜ ਹੁੰਦੇ ਨੇ ਉਦੋਂ ਲੜਕੇ ਲੜਕੀ ਨੂੰ ਅਤੇ ਲੜਕੇ ਲੜਕੀ ਦੇ ਮਾਤਾ ਪਿਤਾ ਨੂੰ ਖੜ੍ਹੇ ਕਰ ਲਿਆ ਜਾਂਦਾ, ਬਾਕੀ ਸੰਗਤ ਬੈਠੀ ਹੁੰਦੀ ਹੈ। ਉਦੋਂ ਅਰਦਾਸ ਇਹਨਾਂ ਚੌਹਾਂ ਪੰਜਾਂ ਬੰਦਿਆਂ ਨੂੰ ਖੜ੍ਹੇ ਕਰਕੇ ਕਰ ਲਈ ਜਾਂਦੀ ਹੈ ਅਤੇ ਇਹ ਨਿਯਮ ਬਣੇ ਹੁੰਦੇ ਨੇ। ਉਹਨਾਂ ਨਿਯਮਾਂ ਨੂੰ ਛੇਤੀ ਕੀਤੇ ਇੱਕ ਇਕੱਲਾ ਵਿਅਕਤੀ ਬਦਲ ਨਹੀਂ ਸਕਦਾ ਅਤੇ ਕਿਸੇ ਝਗੜੇ 'ਚ ਪੈਣ ਦੀ ਥਾਂ 'ਤੇ ਆਪਣੇ ਆਪ ਨੂੰ ਉਸ ਢੰਗ ਨਾਲ ਢਾਲੋ ਕਿ ਤੁਸੀਂ ਕਿਵੇਂ ਆਪਣੇ ਸਮਾਜ ਦਾ ਭਲਾ ਵੱਧ ਤੋਂ ਵੱਧ ਕਰ ਸਕਦੇ ਹੋ ਅਤੇ ਝਗੜਿਆਂ ਆਦਿਕ ਤੋਂ ਕਿੰਨਾ ਤੁਸੀਂ ਬਚ ਸਕਦੇ ਹੋ। ਤੁਹਾਡੀ ਤਾਕਤ ਕਿੰਨੀ ਕੁ ਹੈ, ਤੁਹਾਡੀ ਸਿਆਣਪ ਕਿੰਨੀ ਹੈ ਅਤੇ ਲੋਕਾਂ ਦੇ ਵਿੱਚ ਤੁਹਾਡਾ ਪ੍ਰਭਾਵ ਕਿੰਨਾ ਕੁ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਫਿਰ ਕੋਈ ਕੰਮ ਕਰੀਏ ਤਾਂ ਉਹਦੇ ਨਤੀਜੇ ਚੰਗੇ ਨਿਕਲਦੇ ਨੇ। ਸਵਾਲ ਨੰਬਰ 273 ਭਾਈ ਹਿੰਮਤ ਸਿੰਘ ਅੰਮ੍ਰਿਤਸਰ ਤੋਂ। ਇਹਨਾਂ ਦਾ ਸਵਾਲ ਹੈ ਕਿ ਜਦੋਂ ਸਵਾਲ ਜਵਾਬ ਦੇ ਐਪੀਸੋਡ ਤੁਸੀਂ ਕਰ ਰਹੇ ਹੋ ਤਾਂ ਹਰੇਕ ਐਪੀਸੋਡ ਦੇ ਵਿੱਚ ਇੱਕ ਪੌੜੀ ਜਪਜੀ ਸਾਹਿਬ ਦੀ ਲੈ ਕੇ ਉਹਦੇ ਅਰਥ ਜ਼ਰੂਰ ਕਰਿਆ ਕਰੋ। ਇਹਦੇ ਵਾਸਤੇ ਗੁਰੂ ਪਿਆਰਿਓ ਸਮਾਂ ਬਹੁਤ ਲੱਗ ਜਾਂਦਾ ਹੈ, ਫਿਰ ਐਪੀਸੋਡ ਬਹੁਤ ਲੰਮਾ ਹੋ ਜਾਂਦਾ ਹੈ। ਇਹਦੇ ਵਾਸਤੇ ਆਪਾਂ ਕਦੀ ਵੱਖਰੀ ਵਿਚਾਰ ਕਰਾਂਗੇ। ਵੈਸੇ ਕੁਝ ਇੱਕ ਵਿਦਵਾਨ ਪ੍ਰਚਾਰਕ ਵੀਰ ਜਪਜੀ ਸਾਹਿਬ ਦੇ ਅਰਥ ਕਰ ਰਹੇ ਨੇ,
ਤੁਸੀਂ ਉਧਰੋਂ ਵੀ ਫਾਇਦਾ ਉਠਾ ਸਕਦੇ ਹੋ। ਤੇ ਉਂਝ ਅੱਜ ਤੱਕ ਜਪਜੀ ਸਾਹਿਬ ਦੇ ਲਗਭਗ 300 ਦੇ ਨੇੜੇ ਤੇੜੇ ਲੋਕਾਂ ਨੇ ਟੀਕੇ ਕੀਤੇ ਨੇ। ਉਹਨਾਂ ਨੂੰ ਵੀ ਜਿਹੜਾ ਤੁਹਾਨੂੰ ਚੰਗਾ ਲੱਗੇ ਪੜ੍ਹ ਸਕਦੇ ਹੋ। ਇਹ ਮਾਨਸਿਕ ਵਿਕਾਸ ਸਦਾ ਹੁੰਦਾ ਰਹਿਣਾ ਚਾਹੀਦਾ ਹੈ। ਤੇ ਜਦੋਂ ਇੱਕ ਮੈਂ ਨੁਕਤਾ ਤੁਹਾਡੇ ਸਾਹਮਣੇ ਰੱਖਣ ਲੱਗਿਆ, ਜਦੋਂ ਤੁਸੀਂ ਪੜ੍ਹ ਲਿਖ ਕੇ ਜ਼ਿੰਦਗੀ ਦੇ ਤਜਰਬੇ ਹਾਸਲ ਕਰਕੇ ਖੁਦ ਸਿਆਣੇ ਸਮਝਦਾਰ ਬਣ ਜਾਓਗੇ, ਤੁਹਾਨੂੰ ਗੁਰਬਾਣੀ ਦੇ ਅਰਥ ਹੋਰ ਵਧੀਆ ਤਰੀਕੇ ਨਾਲ ਆਪਣੇ ਆਪ ਕਰਨੇ ਆ ਜਾਣਗੇ। ਜਿਹੜੇ ਲੋਕਾਂ ਨੇ ਅਨਪੜ੍ਹਤਾ ਦੇ ਵਿੱਚ ਅਰਥ ਕੀਤੇ ਨੇ, ਕਿਸੇ ਡੇਰੇਦਾਰੀ ਸਿਸਟਮ ਦੇ ਵਿੱਚ ਬੱਝੇ ਹੋਏ ਲੋਕਾਂ ਨੇ ਅਰਥ ਕੀਤੇ ਨੇ, ਅਗਿਆਨਤਾ ਦੇ ਵਿੱਚ ਸ਼ਰਧਾ ਨੂੰ ਅੱਗੇ ਰੱਖ ਕੇ ਅਰਥ ਕੀਤੇ ਨੇ, ਉਹਨਾਂ ਦੇ ਅਰਥਾਂ ਨੇ ਸਾਡਾ ਬਹੁਤ ਕੁਝ ਨੁਕਸਾਨ ਕੀਤਾ ਹੈ। ਗੁਰਬਾਣੀ ਦਾ ਵਿਗਿਆਨਕ ਢੰਗ ਨਾਲ ਅੱਜ ਦੇ ਹਾਲਾਤ ਦੇ ਅਨੁਸਾਰ ਅਰਥ ਕਰਨੇ ਜ਼ਰੂਰੀ ਨੇ। ਤੇ ਅੱਜ ਸਾਨੂੰ ਇਹ ਸ਼ਬਦ ਕੀ ਅਗਵਾਈ ਦਿੰਦੇ ਨੇ, ਅਸੀਂ ਕਿਹੋ ਜਿਹੇ ਇਨਸਾਨ ਇਹਨਾਂ ਨੂੰ ਪੜ੍ਹ ਕੇ ਸਮਝ ਕੇ ਬਣ ਸਕਦੇ ਹਾਂ, ਇਸ ਪਾਸੇ ਧਿਆਨ ਰੱਖਣਾ ਜ਼ਰੂਰੀ ਹੈ। ਇਹਦਾ ਕਦੀ ਵੱਖਰਾ ਵਿਚਾਰ ਕਰਾਂਗੇ। ਹਰੇਕ ਐਪੀਸੋਡ ਦੇ ਨਾਲ ਇੱਕ ਪੌੜੀ ਜਪਜੀ ਸਾਹਿਬ ਦੇ ਅਰਥ ਕਰਕੇ ਸਮਾਂ ਬਹੁਤ ਜ਼ਿਆਦਾ ਲੱਗ ਜਾਂਦਾ ਹੈ। ਇਸ ਕਰਕੇ ਹਾਲ ਦੀ ਘੜੀ ਸਮੇਂ ਨੂੰ ਸੰਕੋਚਦੇ ਹੋਏ ਆਪਾਂ ਸਵਾਲ ਜਵਾਬ ਤੱਕ ਸੀਮਤ ਹਾਂ। ਇਹਦੇ ਬਾਰੇ ਕਦੀ ਫਿਰ ਵਿਚਾਰ ਕੀਤੀ ਜਾਵੇਗੀ। ਸਵਾਲ ਨੰਬਰ 274, ਇਹ ਵੀ ਭਾਈ ਹਿੰਮਤ ਸਿੰਘ ਅੰਮ੍ਰਿਤਸਰ ਵਾਲਿਆਂ ਦਾ ਹੈ। ਇਹਨਾਂ ਦਾ ਸਵਾਲ ਹੈ, 5 ਤਖਤਾਂ ਦਾ ਨਾਮਕਰਨ ਕਦੋਂ ਹੋਇਆ? ਇਹਨਾਂ ਦਾ ਨਾਮ ਤਖਤ ਕਿਵੇਂ ਪਿਆ? ਇੱਥੇ ਧਿਆਨ ਰਵੇ, ਜੋ ਅਕਾਲ ਤਖਤ ਅੱਜ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ, ਬਣਿਆ ਹੋਇਆ ਹੈ, ਤੇ ਇਹਦਾ ਨਾਮ ਪਹਿਲਾਂ ਅਕਾਲ ਬੁੰਗਾ ਸੀ ਤੇ ਇਹ 6ਵੇਂ ਪਾਤਸ਼ਾਹ ਦੀ ਰਿਹਾਇਸ਼ ਸੀ। ਤੇ ਇਹਨੂੰ ਸਿੱਖਾਂ ਨੇ ਸਤਿਕਾਰ ਦੇ ਤੌਰ ਤੇ, ਕਿਉਂਕਿ ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਸਿੱਖ ਕਹਿੰਦੇ ਸੀ, ਤੇ ਇੱਥੇ ਪਾਤਸ਼ਾਹ ਦਾ ਇੱਥੇ ਕਈ ਵਾਰੀ ਇਹ ਮਨ ਦੇ ਵਿੱਚ ਚਲਾ ਜਾਂਦਾ ਹੈ ਕਿ ਗੁਰੂ ਸਾਹਿਬ ਫਿਰ ਰਾਜਨੀਤਿਕ ਤੌਰ ਤੇ ਬਾਦਸ਼ਾਹ ਕਿਵੇਂ ਬਣ ਗਏ। ਧਿਆਨ ਰਵੇ, ਹਿੰਦੂ ਸਮਾਜ ਦੇ ਵਿੱਚ ਰਾਮਚੰਦਰ ਰਾਜਾ ਵੀ ਸੀ ਅਤੇ ਧਾਰਮਿਕ ਮੁਖੀ ਵੀ ਸੀ, ਕ੍ਰਿਸ਼ਨ ਰਾਜਾ ਵੀ ਸੀ ਅਤੇ ਧਾਰਮਿਕ ਮੁਖੀ ਵੀ ਸੀ। ਇਸੇ ਤਰ੍ਹਾਂ ਮੁਹੰਮਦ ਸਾਹਿਬ ਧਾਰਮਿਕ ਮੁਖੀ ਵੀ ਸੀ ਤੇ ਜੰਗੀ ਜਰਨੈਲ ਵੀ ਸੀ। ਭਾਵੇਂ ਕਿ ਬਾਦਸ਼ਾਹ ਬਣਨ ਦਾ ਉਹਨਾਂ ਨੂੰ ਸਮਾਂ ਨਹੀਂ ਮਿਲਿਆ, ਪਰ ਉਹ ਉਹਨਾਂ ਦੇ ਜੰਗੀ ਜਰਨੈਲ ਹੋ ਕੇ ਮੋਹਰੀ ਹੋ ਕੇ ਲੜਦੇ ਵੀ ਰਹੇ ਨੇ। ਤੋ ਇਸ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਵੀ ਪਾਤਸ਼ਾਹ ਜੁੜ ਗਿਆ ਕਿ ਅਸੀਂ ਤਾਂ ਧਾਰਮਿਕ ਮੁਖੀ ਵੀ ਅਤੇ ਰਾਜਨੀਤਿਕ ਮੁਖੀ ਵੀ ਆਪਣੇ ਗੁਰੂ ਸਾਹਿਬਾਨ ਨੂੰ ਮੰਨਦੇ ਹਾਂ। ਫਿਰ ਉਹ ਜਿੱਥੇ ਰਹਿੰਦੇ ਸੀ ਉਸ ਨੂੰ ਸੱਚੇ ਪਾਤਸ਼ਾਹ ਦਾ ਤਖਤ ਕਹਿ ਕੇ ਸਿੱਖ ਯਾਦ ਕਰਨ ਲੱਗ ਪਏ ਕਿ ਅਸੀਂ ਤਖਤਾਂ ਤਾਜਾਂ ਦੇ ਮਾਲਕ ਬਣਨਾ ਹੈ। ਗੁਰੂ ਸਾਹਿਬ ਨੇ ਜ਼ਾਲਮ ਹਕੂਮਤਾਂ ਦੇ ਵਿਰੁੱਧ ਜੰਗ ਲੜਨੇ ਸਾਨੂੰ ਸਿਖਾਏ ਨੇ, ਆਪ ਜੰਗ ਲੜਦੇ ਰਹੇ ਨੇ, ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਬਹਾਦਰੀ ਦੇ ਝੰਡੇ ਗੱਡੇ ਨੇ ਤੇ ਬਹੁਤ ਕੁਝ ਸਾਡੇ ਵਾਸਤੇ ਕੀਤਾ। ਸਾਨੂੰ ਇਹ ਉਪਦੇਸ਼ ਉਹਨਾਂ ਨੇ ਕੀਤਾ। ਗੁਰਬਾਣੀ 'ਚ ਇਹ ਚੀਜ਼ਾਂ ਲਿਖੀਆਂ ਵੀ ਮਿਲ ਜਾਂਦੀਆਂ ਨੇ ਕਿ ਤਖਤ ਬਹਿ ਤਖਤ ਹੈ ਕੀ ਲਾਇਕ, ਕਿ ਤਖਤ ਦੇ ਜਿਹੜਾ ਲਾਇਕ ਹੋਵੇ ਉਹੀ ਤਖਤ 'ਤੇ ਬਹਿ ਸਕਦਾ। ਅਸੀਂ ਵੀ ਇਹਦੇ ਲਾਇਕ ਬਣਨ ਦਾ ਉਪਰਾਲਾ ਕਰਾਂਗੇ। ਉਹਨਾਂ ਨੇ ਹਕੂਮਤ ਨਾਲੋਂ ਬਗਾਵਤ ਕਰਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡਾ ਗੁਰੂ ਤਾਂ ਸੱਚਾ ਪਾਤਸ਼ਾਹ ਹੈ, ਤੁਸੀਂ ਝੂਠੇ ਪਾਤਸ਼ਾਹ ਹੋ, ਤੇ ਅਸੀਂ ਆਪਣਾ ਤਖਤ ਸਿਰਜ ਲਿਆ ਹੈ। ਇਹ ਜਿਹੜਾ ਭਾਵੇਂ ਅੱਜ ਤੁਹਾਨੂੰ ਮਿੱਟੀ ਦਾ ਥੜਾ ਨਜ਼ਰ ਆਉਂਦਾ, ਭਾਵੇਂ ਇੱਟਾਂ ਦਾ ਥੜਾ ਨਜ਼ਰ ਆਉਂਦਾ, ਅਸੀਂ ਤਾਂ ਇਹਨੂੰ ਆਪਣਾ ਤਖਤ ਮੰਨਦੇ ਹਾਂ। ਸਾਡੇ ਇਲਾਹੀ ਹੁਕਮ ਇੱਥੋਂ ਜਾਰੀ ਹੋਇਆ ਕਰਨਗੇ। ਤੇ ਇਹ ਤਾਂ ਹੋ ਗਿਆ ਅਕਾਲ ਤਖਤ ਦੀ ਸੰਖੇਪ ਵਿਚਾਰ। ਜਿਹੜੇ ਬਾਕੀ ਤਖਤ ਨੇ ਉਹ ਬਾਅਦ ਦੇ ਵਿੱਚ ਸਿੱਖਾਂ ਵੱਲੋਂ ਬਣਾਏ ਗਏ ਨੇ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਸੀ, ਉਹਨਾਂ ਨੇ ਬਹੁਤ ਸਾਰੇ ਗੁਰਦੁਆਰੇ ਨੂੰ ਜ਼ਮੀਨਾਂ ਜਾਇਦਾਦਾਂ ਤੇ ਨਾਲ ਨਾਲ ਸੋਨਾ ਚਾਂਦੀ ਦੇ ਕੇ ਸੇਵਾਦਾਰਾਂ ਨੂੰ ਉਹਨਾਂ ਦੀ ਉਸਾਰੀ ਕਰਵਾ ਦਿੱਤੀ। ਤੇ ਇਸ ਤਰ੍ਹਾਂ ਸਿੱਖਾਂ ਨੇ ਆਪਣੀ ਮਾਣ ਸਨਮਾਨ ਵਧਾਉਣ ਵਾਸਤੇ ਕਈਆਂ ਸਾਰੇ ਗੁਰਦੁਆਰਿਆਂ ਦਾ ਨਾਮ ਵੀ ਤਖਤ ਰੱਖ ਦਿੱਤਾ। ਅਸਲ ਦੇ ਵਿੱਚ ਜਿੱਥੇ ਕਿਤੋਂ ਗੁਰੂ ਸਾਹਿਬ ਨੇ ਬੈਠ ਕੇ ਕੋਈ ਹੁਕਮ ਜਾਰੀ ਕੀਤਾ ਸੀ, ਉੱਥੇ ਉਸੇ ਥਾਂ ਨੂੰ ਉਹਨਾਂ ਨੇ ਤਖਤ ਵੀ ਬਣਾ ਲਿਆ। ਇਹ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਮਹਾਨ ਕੋਸ਼ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ ਨੇ। ਇਸ ਤਰ੍ਹਾਂ ਬਹੁਤ ਸਾਰੇ ਤਖਤ ਹੋਰ ਵੀ ਬਣੇ ਹੋਏ ਨੇ ਤੇ ਕਈਆਂ ਪਿੰਡਾਂ ਦਾ ਨਾਮ ਵੀ ਤਖਤੂਪੁਰਾ ਵਗੈਰਾ ਰੱਖਿਆ ਹੋਇਆ ਹੈ। ਭਾਵ ਕਿ ਸਿੱਖਾਂ ਨੇ ਇਹ ਸਮਝ ਲਿਆ, ਆਪਣੇ ਮਨ ਦੇ ਵਿੱਚ ਬਿਠਾ ਲਿਆ ਕਿ ਅਸੀਂ ਆਪਣੇ ਤਖਤ ਤਾਜ ਦੇ ਮਾਲਕ ਬਣਨਾ ਹੈ। ਉਂਝ ਗੁਰੂ ਸਾਹਿਬ ਨੇ ਹਜੂਰ ਸਾਹਿਬ ਨਾਂਦੇੜ ਨੂੰ ਤਖਤ ਨਹੀਂ ਬਣਾਇਆ। ਪਟਨਾ ਜਿਹੜਾ ਗੁਰਦੁਆਰਾ ਸੀ ਉਹਨੂੰ ਕਦੇ ਵੀ ਤਖਤ ਨਹੀਂ ਬਣਾਇਆ। ਆਨੰਦਪੁਰ ਨੂੰ ਜੰਗ ਯੁੱਧ ਦੇ ਸਮੇਂ 'ਤੇ ਜੰਗ ਲੜਨ ਵਾਸਤੇ ਕਿਲੇ ਬਣਾਏ ਨੇ। ਤਖਤ ਵਾਲੀ ਗੱਲ ਮਗਰੋਂ ਪ੍ਰਚਲਿਤ ਹੋਈ ਹੈ।
ਇਸੇ ਤਰ੍ਹਾਂ ਤਲਵੰਡੀ ਸਾਬੋ ਵਾਲਾ ਜਿਹੜਾ ਤਖਤ ਹੈ 1966 ਦੇ ਵਿੱਚ ਬਣਿਆ। ਜਿਹਨੂੰ ਸ਼ੱਕ ਹੋਵੇ ਡਾਕਟਰ ਰਤਨ ਸਿੰਘ ਜੱਗੀ ਦੀ 10ਵੇਂ ਗ੍ਰੰਥ ਦਾ ਕਰਤੱਵ ਕਿਤਾਬ, ਉਹਦੇ ਵਿੱਚੋਂ ਤੁਸੀਂ ਇਹੋ ਜਿਹਾ ਮੈਟਰ ਪੜ੍ਹ ਸਕਦੇ ਹੋ ਕਿ ਇਹ ਕਿਵੇਂ ਕਿਵੇਂ ਸਾਰਾ ਕੁਝ ਹੋਣ ਦੇ ਵਿੱਚ ਆਇਆ। ਅਤੇ ਪਹਿਲਾਂ ਇੱਥੇ ਕੀ ਹੁੰਦਾ ਸੀ, 1966 ਦੇ ਵਿੱਚ ਦਮਦਮਾ ਸਾਹਿਬ ਤਖਤ ਘੋਸ਼ਿਤ ਕੀਤਾ ਗਿਆ। ਪਹਿਲਾਂ 4 ਤਖਤਾਂ ਦੀ ਅਰਦਾਸ ਹੁੰਦੀ ਸੀ ਅਤੇ ਉਦੋਂ ਬਾਅਦ 5 ਤਖਤਾਂ ਦੀ ਹੋਣ ਲੱਗ ਪਈ। ਅਤੇ ਨਿਹੰਗ ਸਿੰਘ ਨੇ ਜਿਹੜੇ ਆਪਣਾ ਇੱਕ ਹੋਰ ਤਖਤ ਲਈ ਫਿਰਦੇ ਨੇ, ਉਹਨਾਂ ਦਾ ਇਹ ਦਾਅਵਾ ਹੈ ਕਿ ਸਾਡਾ ਜਿਹੜਾ ਤਖਤ ਹੈ ਇਹ ਕਿਤੇ ਟਿਕਿਆ ਹੋਇਆ ਨਹੀਂ ਹੈ, ਸਾਡੀ ਬਾਦਸ਼ਾਹਤ, ਸਾਡਾ ਰਾਜ ਇਹ ਤੁਰਿਆ ਫਿਰਦਾ। ਉਹਨੂੰ ਤਖਤ ਪੰਜਵਾਂ ਚੱਲਦਾ ਬਹੀਰ 96 ਕਰੋੜੀ ਇਹ ਕਹਿ ਕੇ ਉਹ ਆਪਣੇ ਆਪ ਨੂੰ ਮਾਣ ਦਿੰਦੇ ਨੇ। ਹਾਲਾਂਕਿ ਉਹਨਾਂ ਦਾ ਕਿਤੇ ਰਾਜ ਨਹੀਂ ਹੈ, ਪਰ ਉਹ ਤਖਤ ਆਪਣਾ ਨਾਲ ਜੋੜਦੇ ਨੇ। ਸਿੱਖਾਂ ਨੇ ਵੀ 5 ਤਖਤ ਜੋੜ ਲਏ ਨੇ, ਪਰ ਰਾਜ ਤਾਂ ਕਿਤੇ ਵੀ ਨਹੀਂ ਹੈ। ਮੇਰੀ ਤਾਂ ਨਿਮਰਤਾ ਸਹਿਤ ਬੇਨਤੀ ਹੈ, ਧਰਮ ਪ੍ਰਚਾਰ ਵੱਲ ਵੱਧ ਤੋਂ ਵੱਧ ਧਿਆਨ ਦਈਏ, ਰਾਜਨੀਤੀ ਵੱਲ ਸਿਆਣਪ ਨਾਲ ਧਿਆਨ ਦਈਏ, ਲੋਕਾਂ ਦੇ ਭਲੇ ਕਰਕੇ ਉਹਨਾਂ ਦੀਆਂ ਵੱਧ ਤੋਂ ਵੱਧ ਹਮਦਰਦੀ ਹਾਸਲ ਕਰੀਏ, ਅਤੇ ਫਿਰ ਘੱਟੋ ਘੱਟ ਪੰਜਾਬ ਦੇ ਉੱਤੇ ਰਾਜ ਵੀ ਕਰ ਸਕਦੇ ਹਾਂ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਵੀ ਕਰ ਸਕਦੇ ਹਾਂ। ਸਿੱਖਾਂ ਦੀ ਜੋ ਮਾਣ ਵਡਿਆਈ ਹੈ ਉਹ ਮੁੜ ਤੋਂ ਸਥਾਪਿਤ ਵੀ ਕਰ ਸਕਦੇ ਹਾਂ। ਪਰ ਅਸੀਂ ਤਾਂ ਤਖਤਾਂ ਦਾ ਜੋ ਅਰਦਾਸਾਂ ਨੇ ਉਹ ਤਾਂ ਕਈ ਵਾਰੀ ਕਰੀ ਜਾਂਦੇ ਹਾਂ, ਪਰ ਆਪਣੇ ਚੜ੍ਹਦੀ ਕਲਾ ਵਾਸਤੇ, ਆਪਣੇ ਖੁੱਸ ਚੁੱਕੇ ਹੱਕਾਂ ਦੇ ਲੈਣ ਵਾਸਤੇ ਕੁਝ ਵੀ ਸਿਆਣਪ ਨਾਲ ਕਰਨ ਨੂੰ ਤਿਆਰ ਨਹੀਂ। ਸਾਡੇ ਲੀਡਰ ਵੀ ਪੂਰੀ ਤਰ੍ਹਾਂ ਗਰਕ ਗਏ ਨੇ। ਆਮ ਜਿਹੜਾ ਸਿੱਖ ਹੈ, ਜਗਿਆਸੂ ਹੈ, ਉਹ ਵੀ ਅਣਜਾਣਪੁਣੇ 'ਚ ਸ਼ਰਧਾ ਵਸ ਹੋ ਕੇ ਸਾਧਾਂ ਦੇ ਡੇਰਿਆਂ 'ਚ, ਅੰਧ ਵਿਸ਼ਵਾਸ 'ਚ, ਮੜੀਆਂ ਕਬਰਾਂ 'ਤੇ ਮੱਥੇ ਟੇਕਦਾ ਫਿਰਦਾ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕੀ ਸੀ ਅਤੇ ਕੀ ਬਣ ਗਏ ਹਾਂ। ਧਿਆਨ ਦੇਣ ਦੀ ਲੋੜ ਹੈ। 5 ਤਖਤਾਂ ਦੇ ਮਾਲਕ ਤਾਂ ਇੱਕ ਪਾਸੇ ਰਹੀ ਗੱਲ, ਜਿਹਦਾ ਇੱਕ ਤਖਤ ਵੀ ਹੋਵੇ ਉਹ ਬਾਦਸ਼ਾਹ ਹੁੰਦਾ ਹੈ, ਉਹ ਗੁਲਾਮ ਨਹੀਂ ਹੁੰਦਾ। ਅੱਜ 5 ਤਖਤਾਂ ਦੇ ਮਾਲਕ ਅਖਵਾਉਣ ਵਾਲੇ ਰੋਜ਼ ਰੋਂਦੇ ਪਿੱਟਦੇ ਨੇ, ਬਿਆਨ ਦਿੰਦੇ ਨੇ ਕਿ ਸਿੱਖ ਕੌਮ ਗੁਲਾਮ ਹੈ, ਸਾਨੂੰ RSS ਨੇ ਆਹ ਕਰਤਾ, ਭਾਰਤ ਸਰਕਾਰ ਨੇ ਸਾਡੇ ਨਾਲ ਐਂ ਕਰਤਾ। ਫਿਰ 5 ਤਖਤਾਂ ਦੀਆਂ ਡੀਂਗਾਂ ਕਿਉਂ ਮਾਰਦੇ ਹੋ? ਤੁਸੀਂ 5 ਤਖਤਾਂ ਵਾਲੇ ਕਿੱਥੇ ਹੋ? ਇਹ ਤੁਹਾਡੇ 5 ਤਖਤ ਨਹੀਂ, ਬਲਕਿ 5 ਪੂਜਣ ਵਾਲੇ ਗੁਰਦੁਆਰੇ ਬਣ ਗਏ ਨੇ, ਅਤੇ ਇਦੋਂ ਵੱਧ ਇਹਨਾਂ ਦੀ ਕੋਈ ਅਹਿਮੀਅਤ ਅੱਜ ਨਹੀਂ ਰਹੇਗੀ। ਜਾਂ ਫਿਰ ਇਹਨਾਂ ਤਖਤਾਂ ਦੇ ਰਾਹੀਂ ਸਿੱਖਾਂ ਦਾ ਕੁਝ ਸੱਚਮੁੱਚ ਭਲਾ ਕਰਕੇ ਵਿਖਾਓ। ਸਵਾਲ ਨੰਬਰ 275 ਭਾਈ ਸੰਦੀਪ ਸਿੰਘ ਅੰਮ੍ਰਿਤਸਰ, ਇਹਨਾਂ ਦਾ ਸਵਾਲ ਹੈ, ਜੋਗੀ ਪੀਰ ਕੌਣ ਸੀ? ਉਸ ਦਾ ਸਿੱਖ ਧਰਮ ਨਾਲ ਕੀ ਸੰਬੰਧ ਸੀ? ਗੁਰੂ ਪਿਆਰ ਵਾਲਿਓ, ਜੋਗੀਆਂ ਦੇ ਬਹੁਤ ਸਾਰੇ ਫਿਰਕੇ ਸਨ। ਇਹਨਾਂ ਨੂੰ ਕਿਤੇ 12 ਪੰਥ ਵੀ ਇਹਨਾਂ ਦੇ ਆਖਿਆ ਜਾਂਦਾ ਹੈ ਅਤੇ 72 ਫਿਰਕੇ ਵੀ ਆਖਿਆ ਜਾਂਦਾ ਹੈ। ਇਹ ਆਪਣੇ ਮੁਖੀ ਹੈ ਜਿਹੜਾ ਉਹ ਸ਼ਿਵਜੀ ਨੂੰ ਮੰਨਦੇ ਨੇ। ਜਿਵੇਂ ਸ਼ਿਵਜੀ ਭੰਗ ਪੀਂਦਾ ਸੀ, ਨੰਗ ਬਨੰਗਾ ਰਹਿੰਦਾ ਸੀ, ਇਸੇ ਤਰ੍ਹਾਂ ਇਹ ਵੀ ਭੰਗ ਪੀਂਦੇ ਨੇ, ਹੋਰ ਨਸ਼ੇ ਕਰਦੇ ਨੇ, ਨੰਗ ਬਨੰਗੇ ਵੀ ਬਹੁਤੇ ਇਹਨਾਂ 'ਚੋਂ ਰਹਿੰਦੇ ਨੇ, ਜਾਂ ਇਕੱਲੀ ਲੰਗੋਟੀ ਪਾ ਲੈਂਦੇ ਨੇ। ਇਸੇ ਤਰ੍ਹਾਂ ਜਿਵੇਂ ਸ਼ਿਵਜੀ ਪਹਾੜਾਂ ਦੇ ਵਿੱਚ ਰਹਿੰਦਾ ਵਿਖਾਇਆ ਜਾਂਦਾ ਹੈ, ਇਹਨਾਂ ਨੇ ਵੀ ਪਹਾੜਾਂ ਦੇ ਵਿੱਚ ਆਪਣੇ ਡੇਰੇ ਗੁਫਾਵਾਂ ਬਣਾ ਕੇ ਰਹਿਣਾ ਸ਼ੁਰੂ ਕੀਤਾ, ਪਰ ਭੀਖ ਮੰਗਣ ਵਾਸਤੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਆ ਜਾਂਦੇ ਸੀ। ਗੁਰੂ ਨਾਨਕ ਸਾਹਿਬ ਇਹਨਾਂ ਜੋਗੀਆਂ ਪੀਰਾਂ ਨੂੰ ਪਹਾੜਾਂ ਦੇ ਉੱਤੇ ਜਾ ਕੇ ਮੁਸ਼ਕਲਾਂ ਝੱਲ ਕੇ ਵੀ ਮਿਲ ਕੇ ਆਏ, ਸਮਝਾ ਕੇ ਆਏ, ਅਤੇ ਫਿਰ ਅਚਲ ਬਟਾਲੇ ਇਹਨਾਂ ਦਾ ਗੁਰੂ ਨਾਨਕ ਸਾਹਿਬ ਦੇ ਨਾਲ ਲੰਮਾ ਵਿਚਾਰ ਵਟਾਂਦਰਾ ਵੀ ਹੋਇਆ। ਪੰਜਾਬ ਦੇ ਵਿੱਚੋਂ ਲਗਭਗ ਇਹਨਾਂ ਦਾ ਉਂਝ ਤੇ ਖਾਤਮਾ ਹੋ ਚੁੱਕਿਆ, ਪਰ ਕੁਝ ਰਹਿੰਦ ਖੂੰਹਦ ਅਜੇ ਵੀ ਪਿੰਡਾਂ ਦੇ ਵਿੱਚ ਕਿਤੇ ਜੋਗੀ ਪੀਰ ਆਦਿਕ ਬਣ ਕੇ ਇਹਨਾਂ ਨੇ ਡੇਰੇ ਬਣਾਏ ਨੇ। ਇਹ ਸਮਾਜ ਦਾ ਕੋਈ ਭਲਾ ਇਹਨਾਂ ਲੋਕਾਂ ਨੇ ਨਹੀਂ ਕੀਤਾ। ਕੁਰਾਹੇ ਬਹੁਤ ਪਾਇਆ, ਲੁੱਟ ਕੇ ਬਹੁਤ ਖਾਧਾ। ਵਿਆਹ ਨਾ ਕਰਾਓ, ਕਿਰਤ ਨਾ ਕਰੋ, ਅਤੇ ਨਾਮ ਸਿਮਰਨ ਕਰੋ, ਚੌਂਕੜਾ ਮਾਰੋ, ਆਲਤੀ ਪਾਲਤੀ ਆਸਣ ਕਰੋ। ਜੇ ਕੋਈ ਹਮਲਾਵਰ ਵਿਦੇਸ਼ਾਂ 'ਚੋਂ ਹਮਲਾ ਕਰਨ ਆਉਂਦਾ ਤਾਂ ਭੱਜ ਕੇ ਜੰਗਲਾਂ 'ਚ ਲੁਕ ਜਾਓ। ਇਹੋ ਹੀ ਕੁਝ ਇਹਨਾਂ ਨੇ ਲੰਮੇ ਸਮੇਂ ਤੱਕ ਕੀਤਾ, ਅਤੇ ਅੱਜ ਵੀ ਇਹਨਾਂ ਦੀ ਹਾਲਤ ਕੋਈ ਬਹੁਤੀ ਸੁਧਰੀ ਨਹੀਂ ਹੈ। ਅੱਜ ਵੀ ਤੁਸੀਂ ਹਿੰਦੂ ਸਮਾਜ ਦੇ ਜਿਹੜੇ ਵੱਡੇ ਤੀਰਥ ਨੇ, ਪ੍ਰਯਾਗਰਾਜ, ਕਾਂਸ਼ੀ ਆਦਿਕ, ਜਦੋਂ ਵੱਡੇ ਮੇਲੇ ਲੱਗਦੇ ਨੇ, ਉੱਥੇ TV ਦੇ ਰਾਹੀਂ ਇਹਨਾਂ ਦੀਆਂ ਹਾਲਤਾਂ ਅੱਜ ਤੱਕ ਵੀ ਵੇਖ ਸਕਦੇ ਹੋ। ਬਹੁਤ ਸਾਰੇ ਸਾਧ ਨਸ਼ੇੜੀ ਹੁੰਦੇ ਨੇ, ਅਤੇ ਅਸਾਮ ਦੇ ਵਿੱਚ ਜਿਹੜਾ ਕਮਾਖਿਆ ਦਾ ਮੰਦਿਰ ਹੈ, ਉੱਥੇ ਤਾਂ ਸ਼ਰੇਆਮ ਇਹ ਸ਼ਰਾਬ ਪੀਂਦੇ ਨੇ ਅਤੇ ਮੰਦਿਰ ਦੇ ਵਿੱਚ ਹੀ ਸ਼ਰਾਬ ਵਰਤਾਉਂਦੇ ਨੇ। ਹੋਰ ਵੀ ਧਰਮ ਸਥਾਨਾਂ 'ਤੇ ਇਹਨਾਂ ਦੇ ਸ਼ਰਾਬਾਂ ਚੜ੍ਹਦੀਆਂ ਨੇ, ਭੰਗ ਆਦਿਕ ਵਰਤਾਈ ਜਾਂਦੀ ਹੈ, ਅਤੇ ਇਸ ਤਰ੍ਹਾਂ ਇਹਨਾਂ ਨੇ ਆਪਣਾ ਜੀਵਨ ਤਾਂ ਬਰਬਾਦ ਕੀਤਾ ਹੀ ਕੀਤਾ, ਅਤੇ ਸਮਾਜ ਨੂੰ ਵੀ ਇਹਨਾਂ ਨੇ ਲੁੱਟ ਕੇ ਖਾਧਾ ਅਤੇ ਕੁਰਾਹੇ ਵੀ ਪਾਇਆ। ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਬਹੁਤ ਫਟਕਾਰਾਂ, ਲਾਹਣਤਾਂ ਪਾਈਆਂ ਨੇ। ਕਦੀ ਸਿੱਧ ਗੋਸ਼ਟ ਨਾਮ ਦੀ ਬਾਣੀ
गुरु ग्रंथ साहब दे विचों आप पढ़ लिओ। 73 पौड़ियां ने, बड़े सवाल जवाब ने। गुरु साहब ने बड़े करारे हत्थीं इन्हां नूं लिया ते होर भी गुरबाणी दे विच बहुत कुछ इन्हां दे विरुद्ध लिखिया होया। इसे करके उत्तरी भारत दे विच खास करके पंजाब हरियाणे दे विच तां इह पूरी तरह खत्म हो चुके हुए ने, पर अणजाण लोक अंध विश्वास के अधीन इस डेरेदार साधां दीयां गल्लां बातां सुन के किते किते अजे भी इन्हां दे डेरियां ते मत्थे टेकण चले जांदे ने। ये बहुत कुछ देण दीयां फड़ां मारदे ने, असीं आशीर्वाद देंगे, असीं जड़ियां बूटियां देंगे, असीं तुहाडे रोग कट देंगे, पर इन्हां दे पल्ले कुछ भी नहीं। जिहड़ा आप ही उजड़िया फिरदा वो दूजे नूं किसे नूं की देवेगा? जिहड़ा आप ही नंग बनंगा फिरदा वो दूजे दा की भला करेगा? जिहड़े दा आप ही कोई घर घाट नहीं है दूजिਆਂ नूं महल उसार के की देवेगा? जिहदी अपनी कोई औलाद नहीं है वो दूजिਆਂ नूं पुत्र कित्थों देवेगा? ते जिहड़ा आप ही उजड़िया होया दूजिਆਂ नूं की वसा देवेगा? कदी आप अपनी अकल की वरतों करके सोच के वेखो। सवाल नंबर 276 भाई मनदीप सिंह वल्ला ਅੰਮ੍ਰਿਤਸਰ ਤੋਂ। ਇਹਨਾਂ ਦਾ ਸਵਾਲ ਹੈ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਗੁਰਬਾਣੀ ਹੈ ਜਾਂ ਕੋਈ ਹੋਰ ਕਵਿਤਾ ਹੈ ਜਾਂ 10ਵੇਂ ਗ੍ਰੰਥ 'ਚੋਂ ਹੈ? ਇਹਦੇ ਬਾਰੇ ਦੱਸਿਆ ਜਾਵੇ। ਧਿਆਨ ਰਵੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੀ ਸੰਪੂਰਨ ਤੌਰ 'ਤੇ ਸਮਝ ਕੇ ਨਹੀਂ ਪੜ੍ਹਿਆ। ਬਹੁਤ ਘੱਟ ਸਿੱਖਾਂ ਨੇ ਸਮਝ ਕੇ ਗੁਰਬਾਣੀ ਪੜ੍ਹੀ ਹੋਵੇਗੀ। ਜਿਹੜੇ ਸਾਨੂੰ ਕੀਰਤਨੀਏ ਕਥਾਵਾਚਕ ਨਜ਼ਰ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਵਿਰਲੇ ਨੇ ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝ ਕੇ ਪੜ੍ਹਿਆ ਹੋਵੇਗਾ। ਮੈਂ ਖੁਦ ਪ੍ਰਸਿੱਧ ਪ੍ਰਚਾਰਕਾਂ ਕੀਰਤਨੀਆਂ ਤੋਂ ਇਹ TV ਚੈਨਲਾਂ 'ਤੇ ਅਤੇ ਆਮਣੇ ਸਾਹਮਣੇ ਬੈਠ ਕੇ ਮਿਲ ਕੇ ਇਹ ਸਵਾਲ ਕੀਤੇ ਨੇ ਕਿ ਤੁਸੀਂ 10ਵੇਂ ਗ੍ਰੰਥ ਵਿਚਿੱਤਰ ਨਾਟਕ ਦੇ ਵਿੱਚੋਂ ਕੀਰਤਨ ਕਿਉਂ ਕਰਦੇ ਹੋ? ਉਹ ਕਹਿੰਦੇ ਅੰਮ੍ਰਿਤ ਕੀਰਤਨ ਪੋਥੀਆਂ ਛਪੀਆਂ ਹੋਈਆਂ ਨੇ, ਅਸੀਂ ਤਾਂ ਕਦੀ ਇਹ ਵੀ ਨਹੀਂ ਸੋਚਿਆ ਵੀ ਉਹ 10ਵੇਂ ਗ੍ਰੰਥ 'ਚੋਂ ਹੈ ਜਾਂ ਉਹ ਗੁਰਬਾਣੀ 'ਚੋਂ ਹੈ। ਉਹ ਪੋਥੀਆਂ ਅੰਮ੍ਰਿਤ ਕੀਰਤਨ ਦੇ ਨਾਮ ਥੱਲੇ ਦੁਕਾਨਦਾਰਾਂ ਵੱਲੋਂ ਛਪੀਆਂ ਨੇ। ਅੰਮ੍ਰਿਤਸਰ ਦੇ ਕੁਝ ਦੁਕਾਨਦਾਰ ਨੇ ਉਹ ਛਾਪ ਦਿੰਦੇ ਨੇ ਸ਼ਬਦਾਂ ਦੀਆਂ ਪੋਥੀਆਂ, ਅਤੇ ਕੀਰਤਨ ਵਾਲੇ ਉਹਨਾਂ ਦੇ ਵਿੱਚੋਂ ਜਿਹੜਾ ਵੀ ਸ਼ਬਦ ਜੀ ਕਰਦਾ ਉਹ ਗਾ ਦਿੰਦੇ ਨੇ। ਉਹਨਾਂ ਨੂੰ ਉਹ ਗੁਰਬਾਣੀ ਹੀ ਸਮਝਦੇ ਨੇ, ਭਾਵੇਂ ਉਹ 10ਵੇਂ ਗ੍ਰੰਥ 'ਚੋਂ ਹੋਵੇ ਅਤੇ ਭਾਵੇਂ ਗੁਰੂ ਗ੍ਰੰਥ ਸਾਹਿਬ 'ਚੋਂ ਹੋਵੇ। ਬਹੁਤਿਆਂ ਨੂੰ ਤਾਂ ਇਹ ਵੀ ਪਛਾਣ ਨਹੀਂ ਹੈ ਕਿ ਇਹ ਗੁਰਬਾਣੀ ਹੈ ਕਿ ਕੋਈ ਬਾਹਰ ਦੀ ਚੀਜ਼ ਹੈ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਦੇ ਨਾਮ ਨਾਲ ਜੋੜ ਕੇ ਬਹੁਤ ਕੁਝ ਸਟੇਜਾਂ 'ਤੇ ਸੁਣਾਇਆ ਜਾਂਦਾ ਹੈ। ਵੱਡੇ ਵੱਡੇ ਗੁਰਦੁਆਰਿਆਂ 'ਚ ਵੀ 10ਵੇਂ ਗ੍ਰੰਥ ਦੀਆਂ ਲੱਚਰ ਕਵਿਤਾਵਾਂ ਆਦਿਕ ਸੁਣਾਈਆਂ ਜਾਂਦੀਆਂ ਨੇ। ਇੱਥੋਂ ਤੱਕ ਅੰਮ੍ਰਿਤ ਛਕਾਉਣ ਵੇਲੇ ਜਿਹੜੀਆਂ 3 ਬਾਣੀਆਂ ਪੜ੍ਹੀਆਂ ਜਾਂਦੀਆਂ ਨੇ, ਜਾਪ ਸਾਹਿਬ, ਚੌਪਈ ਅਤੇ ਸਵਈਏ, ਇਹ 10ਵੇਂ ਗ੍ਰੰਥ ਦੇ ਵਿੱਚੋਂ ਲਏ ਗਏ ਨੇ, ਜਦੋਂ ਕਿ 10ਵੇਂ ਪਾਤਸ਼ਾਹ ਦੀ ਕਿਰਤ ਨਹੀਂ ਹੈਗੀ। ਇਸੇ ਤਰ੍ਹਾਂ ਅੰਮ੍ਰਿਤਸਰ ਵਰਗੇ ਵੱਡੇ ਇਤਿਹਾਸਕ ਥਾਂ ਦੇ ਉੱਤੇ ਕੀਰਤਨੀਏ ਭਰਾ ਉੱਥੇ ਕਈ ਵਾਰੀ 10ਵੇਂ ਗ੍ਰੰਥ ਦੀਆਂ ਕਵਿਤਾਵਾਂ ਦਾ ਕੀਰਤਨ ਵੀ ਕਰਦੇ ਵੇਖੇ ਸੁਣੇ ਗਏ ਨੇ। ਬਹੁਤ ਵਾਰੀ ਉਹਨਾਂ ਦਾ ਕੀਰਤਨ ਕਰਦੇ ਨੇ, ਜਦੋਂ ਕਿ ਗੁਰਬਾਣੀ ਬੇਅੰਤ ਖਜ਼ਾਨਾ ਵੱਡਾ ਸਾਡੇ ਕੋਲ ਮੌਜੂਦ ਹੈ। ਤੋ ਜਿਹੜਾ ਇਹ ਸ਼ਬਦ ਹੈ ਇਹਦੇ ਵਿੱਚ ਨਾਨਕ ਨਾਮ ਨਹੀਂ ਹੈ, ਜਿਹਦੇ ਵਿੱਚ ਮਿੱਤਰ ਪਿਆਰੇ ਨੂੰ ਸਵਾਲ ਕੀਤਾ ਗਿਆ। ਨਾਨਕ ਨਾਮ ਨਹੀਂ ਹੈ, ਗੁਰਬਾਣੀ ਦੇ ਵਿੱਚ ਇਹ ਨਹੀਂ ਹੈ। ਅਤੇ ਇਹ ਕਿਸੇ ਕਵੀ ਦੀ ਕਵਿਤਾ, ਰਾਮ ਜਾਂ ਸ਼ਾਮ ਦੀ, ਜਿਨ੍ਹਾਂ ਨੇ 10ਵੇਂ ਗ੍ਰੰਥ ਬਹੁਤਾ ਲਿਖਿਆ, ਉਹਨਾਂ ਦੀ ਕਿਸੇ ਦੀ ਰਚਨਾ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ। ਇਹਦੀ ਮਸ਼ਹੂਰੀ ਜ਼ਿਆਦਾ ਉਦੋਂ ਹੋਈ ਹੈ ਜਦੋਂ 1972-73 ਦੇ ਵਿੱਚ ਨਾਨਕ ਨਾਮ ਜਹਾਜ਼ ਇੱਕ ਫਿਲਮ ਬਣੀ ਸੀ। ਉਸ ਫਿਲਮ ਦੇ ਵਿੱਚ ਮੁਹੰਮਦ ਰਫੀ ਦੀ ਸੁਰੀਲੀ ਆਵਾਜ਼ ਦੇ ਵਿੱਚ ਇਹ ਕਵਿਤਾ ਗਾ ਦਿੱਤੀ ਗਈ। ਸੰਗੀਤਕਾਰ ਨੇ ਵਧੀਆ ਸੰਗੀਤ ਦਿੱਤਾ ਅਤੇ ਬਸ ਲੋਕਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਪ੍ਰਚਲਿਤ ਹੋ ਗਿਆ। ਹਰ ਬੱਚੇ ਦੀ ਜ਼ੁਬਾਨ 'ਤੇ ਚੜ੍ਹ ਗਿਆ, ਕਿਉਂਕਿ ਢੰਗ ਤਰੀਕਾ ਮੁਹੰਮਦ ਰਫੀ ਦਾ ਅਤੇ ਸੰਗੀਤਕਾਰ ਦਾ ਵਧੀਆ ਸੀ। ਲੋਕਾਂ ਨੂੰ ਲੱਗਣ ਲੱਗ ਪਿਆ ਕਿ ਵਾਹ ਕਮਾਲ ਹੈ, ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਇੰਨੇ ਵਧੀਆ ਸ਼ਬਦ ਲਿਖ ਕੇ ਗਏ ਨੇ, ਇੰਨਾ ਵਧੀਆ ਕੀਰਤਨ ਕੀਤਾ ਇਹਨਾਂ ਨੇ। ਅਤੇ ਉਸ ਦਾ ਵੀ ਭੁਲੇਖਾ ਲੱਗਿਆ ਅਤੇ ਹੋਰ ਵੀ ਜਿਹੜੇ ਕੀਰਤਨੀ ਹੈ ਇਹਨੂੰ ਕੀਰਤਨ ਬਣਾ ਕੇ ਸਟੇਜ 'ਤੇ ਗਾ ਦਿੰਦੇ ਨੇ, ਤਾਂ ਵੀ ਇਹ ਸਾਨੂੰ ਕੁਰਾਹੇ ਪਾ ਦਿੰਦੇ ਨੇ। ਗੁਰਬਾਣੀ ਦੇ ਵਿੱਚੋਂ ਹੀ ਕੀਰਤਨ ਕਰਨਾ ਬਣਦਾ। ਇਹ ਬਾਹਰ ਦੇ ਕਵਿਤਾਵਾਂ ਦਾ ਕੀਰਤਨ ਕਦੇ ਵੀ ਨਹੀਂ ਕਰਨਾ ਚਾਹੀਦਾ। ਇਹ 10ਵੇਂ ਪਾਤਸ਼ਾਹ ਦੀ ਰਚਨਾ ਨਹੀਂ ਹੈ। ਭਾਈ ਮਨਦੀਪ ਸਿੰਘ ਅੰਮ੍ਰਿਤਸਰ, ਇਹਨਾਂ ਦਾ ਇੱਕ ਨਾਲ ਹੀ ਇਸ ਦੇ ਅਗਲਾ ਸਵਾਲ ਹੈ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਗੁਰਬਾਣੀ 'ਚ ਲਿਖਿਆ ਹੋਇਆ ਹੈ ਜਾਂ 10ਵੇਂ ਪਾਤਸ਼ਾਹ ਦਾ ਲਿਖਿਆ ਹੋਇਆ ਹੈ ਜਾਂ ਕਿਸੇ ਹੋਰ ਦਾ ਲਿਖਿਆ ਹੋਇਆ ਹੈ? ਇਹਦੇ ਬਾਰੇ ਜ਼ਰੂਰ ਦੱਸਿਆ ਜਾਵੇ।
ਪੁਰਾਤਨ ਜਿਹੜੇ ਕਿ ਆਖੇ ਜਾਂਦੇ ਰਹਿਤਨਾਮੇ ਨੇ, ਹਾਲਾਂਕਿ ਰਹਿਤਨਾਮੇ ਸਾਰੇ ਠੀਕ ਨਹੀਂ ਹੈਗੇ, ਉਹਨਾਂ ਦੇ ਵਿੱਚ ਬਹੁਤ ਕੁਝ ਗਲਤ ਵੀ ਲਿਖਿਆ ਗਿਆ। ਜਿਹੜੇ ਸਾਡੇ ਪ੍ਰਸਿੱਧ ਸਤਿਕਾਰਯੋਗ ਸਿੱਖ ਹਸਤੀਆਂ ਹੋਈਆਂ ਨੇ ਪੁਰਾਣੇ ਸਮਿਆਂ ਦੇ ਵਿੱਚ, ਜਿਹੜੇ ਗੁਰੂ ਗੋਬਿੰਦ ਸਿੰਘ ਦੇ ਨਾਲ ਰਹੇ ਦੱਸੇ ਜਾਂਦੇ ਨੇ, ਉਹਨਾਂ ਦਾ ਨਾਮ ਲੈ ਕੇ ਬਹੁਤ ਸਾਰੇ ਲਿਖਾਰੀਆਂ ਨੇ ਬਾਅਦ ਦੇ ਵਿੱਚ ਆਪਣੀਆਂ ਲਿਖਤਾਂ ਨੂੰ ਉਹਨਾਂ ਦੇ ਨਾਮ ਨਾਲ ਜੋੜ ਕੇ ਰਹਿਤਨਾਮੇ ਕਰਕੇ ਲਿਖ ਦਿੱਤਾ ਹੋਇਆ। ਇਹ ਜਿਹੜਾ ਰਹਿਤਨਾਮਾ ਹੈ, ਇਹਦੀ ਮੈਂ ਤੁਹਾਨੂੰ ਇੱਕ ਦੀ ਉਹ ਪਿਆਰਾ ਸਿੰਘ ਪਦਮ ਨੇ ਜੋ ਸੰਪਾਦਨਾ ਕੀਤੀ ਹੈ, ਉਹਦੇ ਵਿੱਚੋਂ ਤੁਹਾਨੂੰ ਮੈਂ ਇੱਕ ਹਵਾਲਾ ਦੇਣ ਲੱਗਿਆ ਕਿ ਪੁਰਾਣੇ ਰਹਿਤਨਾਮਿਆਂ 'ਚ ਲਿਖਿਆ ਹੋਇਆ ਸੀ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਗਲਾ ਹਿੱਸਾ ਸੀ, ਪੰਥ ਖਾਲਸਾ ਜਾਣਿਓ ਪ੍ਰਗਟ ਗੁਰਾਂ ਕੀ ਦੇ। ਰਹਿਤਨਾਮੇ 'ਚ ਲਿਖਿਆ ਹੋਇਆ ਸੀ ਕਿ ਪੰਥ ਹੈ ਜਿਹੜਾ ਇਹ ਗੁਰੂ ਦਾ ਸਰੀਰ ਰੂਪ ਹੈ, ਪਰ ਸਾਡੇ ਪੁਜਾਰੀ ਤਬਕੇ ਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਬਣਾ ਦਿੱਤਾ। ਇਹ ਗਿਆਨੀ ਗਿਆਨ ਸਿੰਘ ਨੇ ਬਦਲ ਦਿੱਤਾ ਅਤੇ ਗਿਆਨੀ ਗਿਆਨ ਸਿੰਘ ਦੀ ਇਹ ਲਿਖਤ ਪੁਜਾਰੀਆਂ ਨੂੰ ਫਿੱਟ ਆਈ, ਸਾਧਾਂ ਡੇਰਿਆਂ ਵਾਲਿਆਂ ਨੂੰ ਫਿੱਟ ਆ ਗਈ। ਉਹਨਾਂ ਨੇ ਇਹ ਸ਼ਬਦ ਗੁਰੂ ਮਾਨਿਓ ਗ੍ਰੰਥ ਇਹਨੂੰ ਪ੍ਰਚਲਿਤ ਕਰ ਦਿੱਤਾ ਅਤੇ ਇਹਦੀ ਪੂਜਾ ਹੋਣ ਲੱਗ ਪਈ ਜਿਵੇਂ ਕਿ ਇੱਕ ਵਿਅਕਤੀ ਦੀ ਪੂਜਾ ਹੁੰਦੀ ਹੈ। ਤੋ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਪੁਜਾਰੀਆਂ ਨੇ ਤਿਆਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਨਹੀਂ, ਪੰਥ ਖਾਲਸਾ ਜਾਣਿਓ ਪ੍ਰਗਟ ਗੁਰਾਂ ਕੀ ਦੇਹ ਵੀ ਬਦਲ ਲਿਆ। ਅਤੇ ਗੁਰੂ ਸਾਹਿਬ ਨੇ ਇਹ ਸਾਡਾ ਗੁਰੂ ਬਣਾਇਆ ਕਿ ਨਹੀਂ ਬਣਾਇਆ, ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਕੁਝ ਵੀ ਨਹੀਂ ਹੈ, ਪਰ ਗੁਰਬਾਣੀ ਦੇ ਵਿੱਚ ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਤਾਂ ਬਹੁਤ ਵਾਰੀ ਲਿਖਿਆ, ਪਰ ਇਹਦੀ ਪੂਜਾ ਵਾਲਾ ਕੁਝ ਵੀ ਕਿਤੇ ਨਹੀਂ ਲਿਖਿਆ। ਜਿਵੇਂ ਅੱਜ ਇੱਕ ਵਿਅਕਤੀ ਦੇ ਵਾਂਗ, ਇੱਕ ਮਹਾਂਪੁਰਖ ਦੇ ਵਾਂਗ, ਕਿਸੇ ਰਾਜੇ ਮਹਾਰਾਜੇ ਦੇ ਵਾਂਗ, ਇੱਕ ਮੂਰਤੀ ਦੇ ਵਾਂਗ ਗੁਰੂ ਗ੍ਰੰਥ ਸਾਹਿਬ ਦੀ ਅਨੇਕਾਂ ਢੰਗਾਂ ਨਾਲ ਪੂਜਾ ਕੀਤੀ ਜਾਂਦੀ ਹੈ। ਬਸਤਰ ਪਹਿਨਾਏ ਜਾਂਦੇ ਨੇ, ਏਸੀ ਲਾਏ ਜਾਂਦੇ ਨੇ, ਅਤੇ ਉਹਨਾਂ ਦੇ ਕੋਲੇ ਹੀਟਰ ਵੀ ਸਰਦੀਆਂ 'ਚ ਲਾਏ ਜਾਂਦੇ ਨੇ, ਕੱਪੜੇ ਰੁਮਾਲੇ ਬਦਲੇ ਜਾਂਦੇ ਨੇ, ਭੋਗ ਲਗਵਾਏ ਜਾਂਦੇ ਨੇ, ਅਤੇ ਚੌਰ ਚੁਲਾਏ ਜਾਂਦੇ ਨੇ, ਚਾਨਣੀਆਂ, ਪੀੜੇ, ਤਖਤ ਪੋਸ ਆਦਿਕ। ਇਹ ਕਿੰਨਾ ਕੁਝ ਗੁਰੂ ਗ੍ਰੰਥ ਸਾਹਿਬ ਨੂੰ ਸਰੀਰਧਾਰੀ ਵਿਅਕਤੀਆਂ ਵਾਂਗ ਪੂਜਿਆ ਜਾਂਦਾ ਹੈ, ਇਹ ਸਾਡੇ ਸਾਹਮਣੇ ਹੈ। ਇਹੋ ਜਿਹਾ ਗੁਰੂ ਸਾਹਿਬ ਨੇ ਕਦੇ ਵੀ ਕੁਝ ਨਹੀਂ ਕੀਤਾ ਸੀ। ਉਹ ਤਾਂ ਖੁਦ ਵੀ ਜਦੋਂ ਸਰੀਰਧਾਰੀ ਸਨ ਤਾਂ ਉਦੋਂ ਵੀ ਸਿੱਖਾਂ ਦੇ ਵਿੱਚ ਸਿੱਖਾਂ ਵਾਂਗੂ ਵਿਚਰਦੇ ਸਨ, ਪਰ ਸਿੱਖ ਉਹਨਾਂ ਨੂੰ ਆਪਣਾ ਰਹਿਬਰ ਜਾਣ ਕੇ ਸਤਿਕਾਰ ਤਾਂ ਕਰਦੇ ਸਨ, ਪਰ ਉਹਨਾਂ ਨੇ ਆਪਣੇ ਆਪ ਨੂੰ ਵੱਖਰਾ ਜਾਂ ਉੱਚਾ ਕਿਤੇ ਵੀ ਨਹੀਂ ਐਲਾਨਿਆ ਕਿ ਮੈਂ ਤੁਹਾਡੇ ਨਾਲੋਂ ਵੱਡਾ, ਤੁਸੀਂ ਮੇਰੇ ਪੈਰਾਂ ਦੀ ਧੂੜ ਹੋ। ਇਹੋ ਜਿਹਾ ਕੁਝ ਵੀ ਨਹੀਂ ਹੈ। ਇਹ ਬਾਅਦ ਦੇ ਵਿੱਚ ਸਾਧਾਂ ਨੇ, ਸੰਤਾਂ ਨੇ, ਡੇਰੇਦਾਰਾਂ ਨੇ ਆਪਣੇ ਆਪ ਨੂੰ ਉੱਚਾ ਦਿਖਾਉਣ ਵਾਸਤੇ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਆਪਣੇ ਚਰਨ ਵੀ ਲੋਕਾਂ ਨੂੰ ਧੋ ਕੇ ਪਿਆ ਦਿੱਤੇ, ਆਪਣੇ ਪੈਰੀਂ ਹੱਥ ਵੀ ਲਗਵਾ ਦਿੱਤਾ। ਇਸ ਤਰ੍ਹਾਂ ਦੇ ਕੰਮ ਹੋ ਗਏ। ਪੋਥੀ ਨੂੰ ਗੁਰੂ ਸਾਹਿਬ ਨੇ ਗੁਰੂ ਦਾ ਦਰਜਾ ਆਪ ਉਦੋਂ ਨਹੀਂ ਦਿੱਤਾ, ਅਤੇ ਇਹ ਬਾਅਦ ਦੇ ਵਿੱਚ ਸਿੱਖਾਂ ਨੇ ਇਹਨੂੰ ਇਹ ਦਰਜਾ ਦੇ ਦਿੱਤਾ। ਯਾਦ ਰੱਖੋ, ਜਦੋਂ ਸਿੱਖ ਜੰਗਲਾਂ 'ਚ ਰਹਿੰਦੇ ਸਨ ਅਤੇ ਸਿਰਾਂ ਦੇ ਮੁੱਲ ਪਏ ਹੋਏ ਸਨ, ਘਰ ਘਾਟ ਉਜੜ ਚੁੱਕੇ ਸਨ, ਉਦੋਂ ਗੁਰੂ ਗ੍ਰੰਥ ਸਾਹਿਬ ਜੀ ਅੱਜ ਵਾਂਗੂ ਕਿੱਥੇ ਰਹਿੰਦੇ ਸਨ, ਕਿੱਥੇ ਚੌਰ ਝੁਲਦੇ ਸਨ, ਕਿੱਥੇ ਤਖਤ ਪੋਸ, ਕਿੱਥੇ ਪੀੜੇ, ਕਿੱਥੇ ਚੌਰ, ਕਿੱਥੇ ਚਾਨਣੀਆਂ। ਇਹ ਸਾਰਾ ਕੁਝ ਉਦੋਂ ਕਿੱਥੇ ਸੀ? ਨਹੀਂ ਸੀ। ਇਹ ਬਾਅਦ ਦੀਆਂ ਕਾਢਾਂ ਨੇ। ਅੱਜ ਵੀ ਸਾਨੂੰ ਇਹ ਗਿਆਨ ਦਾ ਸਰੋਤ, ਗਿਆਨ ਦਾ ਖਜ਼ਾਨਾ, ਅਗਵਾਈ ਦਾ ਸਰੋਤ ਸਾਨੂੰ ਮੰਨਣਾ ਚਾਹੀਦਾ ਹੈ। ਉਹ ਅਸੀਂ ਪੜ੍ਹਨੋਂ ਰਹਿ ਗਏ, ਇਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਅਤੇ ਪੂਜਾ ਤਾਂ ਮੂਰਤੀਆਂ ਦੀ ਵੀ ਬਹੁਤ ਹੁੰਦੀ ਹੈ, ਪੂਜਾ ਤਾਂ ਬੁੱਤਾਂ ਦੀ ਬਹੁਤ ਹੁੰਦੀ ਹੈ। ਇਸ ਤਰ੍ਹਾਂ ਦੀ ਆਪਾਂ ਪੂਜਾ ਨਹੀਂ ਕਰਨੀ, ਬਲਕਿ ਜੇ ਸੱਚਮੁੱਚ ਇਹਨੂੰ ਗੁਰੂ ਮੰਨਦੇ ਹਾਂ ਤਾਂ ਇਹਦਾ ਹੁਕਮ ਮੰਨਣਾ ਚਾਹੀਦਾ, ਇਹਨੂੰ ਪੜ੍ਹਨਾ ਚਾਹੀਦਾ, ਵਿਚਾਰਨਾ ਚਾਹੀਦਾ, ਆਪਣੀ ਜ਼ਿੰਦਗੀ 'ਚ ਇਹਨੂੰ ਲਾਗੂ ਕਰਨਾ ਚਾਹੀਦਾ। ਸਵਾਲ ਨੰਬਰ 277 ਭਾਈ ਜਸਵੀਰ ਸਿੰਘ, ਇਹਨਾਂ ਦਾ ਸਵਾਲ ਹੈ, ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆਂ ਦਾ ਮੇਲਾ ਲੱਗਦਾ ਹੈ, ਇਸ ਦਾ ਕੀ ਇਤਿਹਾਸ ਹੈ? ਗੁਰੂ ਪਿਆਰ ਵਾਲਿਓ, ਗੁਰੂ ਸਾਹਿਬ ਦੇ ਰੱਖੜੀ ਬੰਨ੍ਹੀ ਬੇਬੇ ਨਾਨਕੀ ਨੇ ਪੁੰਨਿਆਂ ਵਾਲੇ ਦਿਨ। ਇਹ ਕਹਾਣੀ ਇਹਦੇ ਨਾਲ ਜੋੜੀ ਗਈ ਹੈ ਅਤੇ ਸਿੱਖ ਭਾਈਆਂ ਨੇ ਇਹਨੂੰ ਵੱਡਾ ਮੇਲਾ ਬਣਾ ਲਿਆ। ਮੇਲੇ ਜਿੰਨੇ ਮਰਜ਼ੀ ਲਾਓ, ਖੁਸ਼ੀਆਂ ਮਨਾਓ, ਭੰਗੜੇ ਪਾਓ, ਗੀਤ ਗਾਓ, ਰਾਗੀ ਢਾਡੀ ਵਾਰਾਂ ਗਾਓ, ਜੋ ਮਰਜ਼ੀ ਤੁਹਾਡਾ ਕਰੋ, ਪਰ ਗੁਰੂ ਸਾਹਿਬ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਨਾ ਜੋੜੋ, ਇਹਦੇ ਤੋਂ ਸੰਕੋਚ ਕਰੋ। ਰੱਖੜ ਪੁੰਨਿਆ ਮੇਲਾ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਜੋੜਿਆ, ਉਹਨਾਂ ਨੇ ਤਾਂ ਭਾਈ ਗੁਰੂ ਸਾਹਿਬ ਦਾ ਵਿਆਹ ਦਾ ਮੇਲਾ ਵੀ ਬਣਾ ਕੇ ਰੱਖ ਲਿਆ। ਉਹ ਵਿਆਹ ਦਾ ਦਿਨ ਮਿੱਥ ਕੇ ਪਤਾ ਨਹੀਂ ਕੀ ਕੀ ਕਰਦੇ ਨੇ ਕਿ ਇਸ ਦਿਨ ਗੁਰੂ ਸਾਹਿਬ ਦਾ ਵਿਆਹ ਹੋਇਆ ਸੀ, ਅਤੇ ਗੁਰੂ ਸਾਹਿਬ ਦੀ ਸਿੱਖਿਆ ਲੈਣ ਨੂੰ ਕੋਈ ਤਿਆਰ ਨਹੀਂ। ਕਰਨੀਆਂ ਆਪਣੀਆਂ ਮਨਮਾਨੀਆਂ ਨੇ, ਪਰ ਨਾਮ ਗੁਰੂ ਦਾ ਵਰਤ ਲੈਣਾ। ਇੱਥੋਂ ਤੱਕ ਕਿੰਨੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਕਿ ਸ਼ਰੇਆਮ ਠੱਗੀਆਂ ਮਾਰਦੇ ਨੇ, ਚੋਰੀਆਂ ਕਰਦੇ ਨੇ, ਗਲਤ ਚੀਜ਼ਾਂ ਵੇਚਦੇ ਨੇ ਅਤੇ ਵੱਧ ਮੁੱਲ ਲਾਉਂਦੇ ਨੇ,
ਤੇ ਉਹਨਾਂ ਨੇ ਵੀ ਗੁਰੂ ਨਾਨਕ ਦਾ, ਗੁਰੂ ਤੇਗ ਬਹਾਦਰ ਸਾਹਿਬ ਦਾ ਜਾਂ ਗੁਰੂ ਗੋਬਿੰਦ ਸਿੰਘ ਦਾ ਨਾਮ ਵਰਤ ਕੇ ਦੁਕਾਨਾਂ ਥਾਂ ਥਾਂ 'ਤੇ ਖੋਲ੍ਹੀਆਂ ਹੋਈਆਂ ਨੇ, ਕਿਉਂਕਿ ਗੁਰੂ ਦੇ ਨਾਮ 'ਤੇ ਗਾਹਕ ਭੋਲੇ ਭਾਅ ਆ ਜਾਂਦਾ ਅਤੇ ਆਪਣਾ ਖੀਸਾ ਖਾਲੀ ਕਰਵਾ ਕੇ ਉਹ ਤੁਰਦਾ ਹੁੰਦਾ। ਤੋ ਇਹ ਰੱਖੜ ਪੁੰਨਿਆ ਮੇਲੇ ਦੇ ਨਾਲ ਸਾਡਾ ਜਾਂ ਗੁਰੂ ਦਾ ਕੋਈ ਸੰਬੰਧ ਨਹੀਂ ਹੈ। ਕਿਸੇ ਨੇ ਨੱਚਣਾ, ਟੱਪਣਾ, ਗਾਉਣਾ, ਹੱਸਣਾ, ਇਹ ਉਹਦੀ ਮਰਜ਼ੀ ਹੈ, ਉਹ ਜੋ ਮਰਜ਼ੀ ਕਰ ਸਕਦਾ ਹੈ ਪਰਸਨਲ ਮਾਮਲੇ ਦੇ ਤੌਰ 'ਤੇ, ਪਰ ਇਹਨੂੰ ਗੁਰੂ ਦੇ ਨਾਲ ਨਾ ਜੋੜਿਆ ਜਾਵੇ ਕਿ ਗੁਰੂ ਦੇ ਅਸੀਂ ਇਸ ਧਰਮ ਸਥਾਨ 'ਤੇ ਗੁਰੂ ਦੀ ਯਾਦ ਮਨਾਉਣ ਵਾਸਤੇ ਇਹ ਰੱਖੜੀ ਦਾ ਮੇਲਾ ਅਸੀਂ ਮਨਾਉਣ ਲੱਗੇ ਹਾਂ। ਇਹਦੇ ਨਾਲ ਕੋਈ ਸਰੋਕਾਰ ਨਹੀਂ ਹੈ। ਗੁਰੂ ਸਾਹਿਬ ਨੇ ਕਦੇ ਵੀ ਇਹੋ ਜਿਹੇ ਮੇਲੇ ਆਪਣੇ ਨਹੀਂ ਮਨਾਉਣ ਦਾ ਹੁਕਮ ਦਿੱਤਾ। ਉਹਨਾਂ ਨੇ ਤਾਂ ਆਪਣੇ ਗੁਰਪੁਰਬ ਮਨਾਉਣ ਦਾ ਵੀ ਕਿਤੇ ਹੁਕਮ ਨਹੀਂ ਦਿੱਤਾ। ਭਾਵੇਂ ਕਿ ਤੁਸੀਂ ਕਿਤੇ ਵੀ ਪੜ੍ਹ ਕੇ ਵੇਖ ਲਓ, ਸਬੂਤ ਪੇਸ਼ ਨਹੀਂ ਕਰ ਸਕੋਗੇ ਕਿ ਤੁਸੀਂ ਸਾਡੀਆਂ ਯਾਦਾਂ ਮਨਾਇਆ ਕਰੋ। ਬਲਕਿ ਉਹਨਾਂ ਨੇ ਤਾਂ ਇਹ ਆਖਿਆ ਕਿ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹਨੂੰ ਪੜ੍ਹ ਕੇ ਆਪਣੀ ਜ਼ਿੰਦਗੀ ਨੂੰ ਸੰਵਾਰਿਆ ਕਰੋ, ਚੰਗੇ ਸਿੱਖ ਬਣੋ, ਚੰਗੇ ਇਨਸਾਨ ਬਣੋ, ਬਹਾਦਰ ਬਣੋ, ਵਿਦਵਾਨ ਬਣੋ, ਪਰਉਪਕਾਰੀ ਬਣੋ। ਚੰਗੇ ਇਨਸਾਨ ਬਣ ਕੇ ਆਪਣਾ, ਆਪਣੇ ਪਰਿਵਾਰ ਦਾ ਅਤੇ ਸਮਾਜ ਦਾ ਭਲਾ ਕਰੋ। ਇਹਨਾਂ ਮੇਲਿਆਂ ਨੇ ਬਹੁਤ ਨੁਕਸਾਨ ਕਰ ਦਿੱਤਾ। ਇਹ ਤਾਂ ਬੇਅੰਤ ਪੀਰਾਂ ਦੇ ਮੇਲਿਆਂ 'ਤੇ ਵੀ ਲੋਕ ਜਾਂਦੇ ਨੇ ਅਤੇ ਮੜੀਆ ਪੀਰਾਂ ਦੇ ਕਬਰਾਂ 'ਤੇ ਵੀ ਜਾਂਦੇ ਨੇ ਅਤੇ ਇਸੇ ਤਰ੍ਹਾਂ ਗੁੱਗਿਆਂ 'ਤੇ ਵੀ ਜਾਂਦੇ ਨੇ ਅਤੇ ਹੋਰ ਕਿੰਨੇ ਸਾਰੇ ਮੇਲੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਲੱਗਦੇ ਨੇ। ਉਹਨਾਂ ਦੇ ਬੋਰਡ ਧਰਮ ਦੇ ਹੁੰਦੇ ਨੇ, ਪਰ ਅੰਦਰ ਸਾਰਾ ਕੁਝ ਧਰਮ ਤੋਂ ਉਲਟ ਹੋ ਰਿਹਾ ਹੁੰਦਾ। ਇਸ ਮੇਲੇ ਦਾ ਵੀ ਜਿਹੜਾ ਰੱਖੜ ਪੁੰਨਿਆਂ ਦਾ ਆਖਿਆ ਗਿਆ, ਇਹਦਾ ਗੁਰੂ ਘਰ ਨਾਲ ਕੋਈ ਸੰਬੰਧ ਨਹੀਂ ਹੈ। ਜਿਹਨੇ ਹੱਸਣਾ ਗਾਉਣਾ ਉਹ ਉਹਦਾ ਨਿੱਜੀ ਮਾਮਲਾ ਹੋ ਸਕਦਾ। ਇਹਨਾਂ ਚੀਜ਼ਾਂ ਨੂੰ ਗੁਰੂ ਸਾਹਿਬ ਨਾਲ ਜੋੜਨ ਤੋਂ ਸੰਕੋਚ ਕੀਤਾ ਜਾਣਾ ਚਾਹੀਦਾ ਅਤੇ ਸਾਡੀਆਂ ਜਿਹੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਉਹ ਤਾਂ ਗਫਲਤ ਦੀ ਨੀਂਦ ਦੇ ਵਿੱਚ ਸੌਂ ਹੀ ਨਹੀਂ ਗਈਆਂ, ਬਲਕਿ ਮਰਨ ਕਿਨਾਰੇ ਪਹੁੰਚ ਗਈਆਂ ਨੇ, ਬੇਹੋਸ਼ ਹੋ ਚੁੱਕੀਆਂ ਨੇ। ਉਹਨਾਂ ਦਾ ਤਾਂ ਇੱਧਰਲੇ ਪਾਸੇ ਧਿਆਨ ਹੀ ਨਹੀਂ ਜਾ ਰਿਹਾ। ਸਾਨੂੰ ਆਪ ਖੁਦ ਜਾਗਣ ਦੀ ਲੋੜ ਹੈ। ਸਵਾਲ ਨੰਬਰ 278 ਭਾਈ ਕਪਤਾਨ ਸਿੰਘ ਦੇਵੀਗੜ੍ਹ ਤੋਂ। ਇਹਨਾਂ ਦਾ ਸਵਾਲ ਹੈ, ਜਿਵੇਂ ਮੁਸਲਮਾਨਾਂ ਦੇ ਅਤੇ ਹਿੰਦੂਆਂ ਦੇ ਤਿਉਹਾਰ ਹੁੰਦੇ ਹਨ ਅਤੇ ਉਹਨਾਂ ਤਿਉਹਾਰਾਂ ਵਿੱਚ ਉਹ ਬਹੁਤ ਖੁਸ਼ੀਆਂ ਮਨਾਉਂਦੇ ਨੇ ਅਤੇ ਜਦੋਂ ਦੀਵਾਲੀ, ਰੱਖੜੀ, ਈਦ ਵਗੈਰਾ ਉਹਨਾਂ ਦੀ ਹੁੰਦੀ ਹੈ, ਇਕੱਠ ਹੁੰਦੇ ਨੇ ਅਤੇ ਉਦੋਂ ਕੀ ਸਿੱਖਾਂ ਨੂੰ ਉਹਨਾਂ ਦੀ ਵਧਾਈ ਦੇਣ ਵਾਸਤੇ ਉੱਥੇ ਜਾਣਾ ਚਾਹੀਦਾ? ਜੀ ਹਾਂ, ਜਿਸ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਸ ਸਮਾਜ ਦੇ ਲੋਕਾਂ ਨਾਲ ਰਲ ਮਿਲ ਕੇ ਰਹਿਣਾ ਹੀ ਬਹੁਤ ਅੱਛਾ ਹੈ, ਬਹੁਤ ਜ਼ਰੂਰੀ ਹੈ। ਜਿਵੇਂ ਮੁਸਲਮਾਨ, ਈਸਾਈ ਅਤੇ ਹਿੰਦੂ ਭਾਈ ਸਾਡੇ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ 'ਤੇ ਭਾਵੇਂ ਆਪਣੇ ਸੱਚੇ ਮਨੋਂ ਕਰਨ ਜਾਂ ਰਸਮੀ ਤੌਰ 'ਤੇ ਕਰਨ, ਸਿੱਖਾਂ ਨੂੰ ਵਧਾਈ ਦਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀ ਵਧਾਈ ਹੋਵੇ। ਤਾਂ ਸਾਨੂੰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਉਹਨਾਂ ਨੇ ਸਾਨੂੰ ਵਧਾਈ ਦਿੱਤੀ ਹੈ। ਕਈ ਵਾਰੀ ਉਹ ਸਮਾਗਮਾਂ ਦੇ ਵਿੱਚ ਵੀ ਆ ਜਾਂਦੇ ਨੇ ਅਤੇ ਸਾਨੂੰ ਵੀ ਚਾਹੀਦਾ ਹੈ ਅਸੀਂ ਇੱਕ ਦਿਨ ਮੰਦਿਰ ਦੇ ਵੀ ਜਾਣ ਦੇ ਨਾਲ ਹਿੰਦੂ ਨਹੀਂ ਬਣਨ ਲੱਗੇ, ਮਸਜਿਦ ਦੇ ਵੀ ਜਾਣ ਲੱਗਿਆਂ ਮੁਸਲਮਾਨ ਨਹੀਂ ਬਣਨ ਲੱਗੇ। ਸਿਰਫ ਉਹਨਾਂ ਦਾ ਜੋ ਇੱਕ ਤਿਉਹਾਰ ਚੱਲ ਰਿਹਾ ਉਹਦੇ ਵਿੱਚ ਆਪਣੀ ਖੁੱਲ੍ਹਦਿਲੀ ਦੇ ਨਾਲ ਵਧਾਈ ਦੇਣ ਚੱਲੇ ਹਾਂ। ਇਹ ਸਮਾਜਿਕ ਬਣਤਰ, ਭਾਈਚਾਰੇ ਦੇ ਵਿੱਚ ਸਾਂਝ ਬਣਾਉਣੀ ਜ਼ਰੂਰੀ ਹੈ ਅਤੇ ਉੱਥੇ ਜਾਣ ਦੇ ਨਾਲ ਸਾਡਾ ਕੁਝ ਘਟਣ ਨਹੀਂ ਲੱਗਿਆ, ਕੋਈ ਸਿੱਖੀ ਕਿਤੇ ਦੂਰ ਨਹੀਂ ਹੋਣ ਲੱਗੀ। ਸਿੱਖੀ ਤਾਂ ਆਪਣੇ ਅਸੂਲਾਂ 'ਤੇ ਪਹਿਰਾ ਦੇਣ ਦੀ ਗੱਲ ਹੈ। ਇਹ ਤਾਂ ਸਮਾਜਿਕ ਰਸਮਾਂ ਰੀਤਾਂ ਨੇ, ਉਹਨਾਂ ਭੈਣਾਂ ਭਰਾਵਾਂ ਨਾਲ ਇੱਕ ਸਾਂਝ ਪਾਉਣ ਦਾ ਢੰਗ ਤਰੀਕਾ ਹੈ। ਜੇ ਉਹਨਾਂ ਤੋਂ ਅਸੀਂ ਸੌਦੇ ਪੱਤੇ ਖਰੀਦ ਸਕਦੇ ਹਾਂ, ਉਹਨਾਂ ਦੇ ਅਧੀਨ ਕਈ ਵਾਰੀ ਨੌਕਰੀਆਂ ਵੀ ਕਰਦੇ ਹਾਂ, ਤਾਂ ਫਿਰ ਉਹਨਾਂ ਦੇ ਤਿਉਹਾਰਾਂ ਦੇ ਵਿੱਚ ਵਧਾਈ ਦੇਣ ਤੋਂ ਇੰਨਾ ਸੰਕੋਚ, ਸ਼ਰਮ ਨਹੀਂ ਕਰਨੀ ਚਾਹੀਦੀ। ਇੱਕ ਦੂਜੇ ਨਾਲ ਰਲ ਮਿਲ ਕੇ ਹੀ ਰਹਿਣਾ ਚਾਹੀਦਾ। ਭਾਵੇਂ ਵਿਆਹ ਸ਼ਾਦੀਆਂ 'ਚ, ਕਿਸੇ ਹੋਰ ਸਮਾਗਮ ਦੇ ਵਿੱਚ ਜੇ ਸੱਦਾ ਪੱਤਰ ਆਉਂਦਾ, ਜੇ ਸਾਡੀ ਸਾਂਝ ਹੈ ਉਹਨਾਂ ਦੇ ਨਾਲ, ਤਾਂ ਉਹ ਜਿਵੇਂ ਸਾਡੇ ਆਉਂਦੇ ਨੇ ਸਾਨੂੰ ਵੀ ਉਹਨਾਂ ਦੇ ਨਾਲ ਸਹਿਚਾਰ, ਸੰਯੋਗ ਬਣਾ ਕੇ ਰੱਖਣਾ ਚਾਹੀਦਾ ਤਾਂ ਕਿ ਇਹ ਸਮਾਜਿਕ ਸਾਂਝ ਸਾਡੀ ਬਣੀ ਰਹੇ। ਇੱਕ ਦੂਜੇ ਨਾਲ ਰਲ ਮਿਲ ਕੇ ਆਪਾਂ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣ ਸਕੀਏ। ਸਵਾਲ ਨੰਬਰ 279 ਭਾਈ ਕਪਤਾਨ ਸਿੰਘ। ਇਹਨਾਂ ਦਾ ਦੂਜਾ ਸਵਾਲ ਹੈ, ਮੋਦੀ ਜੀ ਕਿਸ ਗੋਬਿੰਦ ਰਾਮਾਇਣ ਦੀ ਗੱਲ ਕਰ ਗਏ ਸਨ? 5 ਅਗਸਤ ਜਿੱਦਣ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ, ਉਸ ਦਿਨ ਮੋਦੀ ਜੀ ਨੇ ਗੋਬਿੰਦ ਰਾਮਾਇਣ ਦੀ ਸਟੇਜ ਦੇ ਉੱਤੇ ਗੱਲ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੋਬਿੰਦ ਰਾਮਾਇਣ ਲਿਖੀ ਹੈ। ਗੁਰੂ ਪਿਆਰ ਵਾਲਿਓ, ਅੱਜ ਤੱਕ ਸਿੱਖ ਆਪ ਪੜ੍ਹਨ ਤੋਂ ਅਸਮਰੱਥ ਨੇ, ਸਮਝਣ ਤੋਂ ਅਸਮਰੱਥ ਨੇ ਕਿ ਇਹੋ ਜਿਹੇ ਰਾਮਾਇਣ ਬਾਰੇ, ਰਾਮ ਬਾਰੇ ਗੁਰਬਾਣੀ 'ਚ ਕੀ ਲਿਖਿਆ ਹੋਇਆ ਹੈ।
ਜਾਂ ਇਹਨਾਂ ਦੇ ਆਪਣੀਆਂ ਕਿਤਾਬਾਂ ਦੇ ਵਿੱਚ ਕੀ ਲਿਖਿਆ ਹੋਇਆ ਸਾਨੂੰ ਆਪ ਹੀ ਨਹੀਂ ਪਤਾ। ਮੈਂ ਆਪਣੀ ਕਿਤਾਬ ਪੁਰਾਣਕ ਕਥਾਵਾਂ ਦਾ ਅੰਤ, ਉਹਦੇ ਵਿੱਚ ਜਿਹੜੇ ਹਿੰਦੂ ਪੁਰਾਣਕ ਪਾਤਰ ਨੇ ਪੁਰਾਣੇ ਸਮੇਂ ਤੋਂ ਪ੍ਰਚਲਿਤ ਨੇ ਸਮਾਜ ਦੇ ਵਿੱਚ, ਉਹਨਾਂ 70 ਤੋਂ ਵੱਧ ਪਾਤਰਾਂ ਦਾ ਜਿਨ੍ਹਾਂ ਦਾ ਗੁਰਬਾਣੀ 'ਚ ਜ਼ਿਕਰ ਆਇਆ, ਮੈਂ ਆਪਣੀ ਉਸ ਕਿਤਾਬ ਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਪਹਿਲਾਂ ਤਾਂ ਜਿਹੜੀ ਪੁਸਤਕ ਇੱਕ ਅੰਗਰੇਜ਼ ਜੌਨ ਡੋਸਨ ਨੇ ਹਿੰਦੂ ਸਮਾਜ ਦੇ ਸਾਰੀਆਂ ਪੁਰਾਤਨ ਗ੍ਰੰਥ ਕਿਤਾਬਾਂ ਪੜ੍ਹ ਕੇ ਇੰਗਲਿਸ਼ ਦੇ ਵਿੱਚ ਅਨੁਵਾਦ ਕੀਤਾ ਸੀ, ਅਤੇ ਇੰਗਲਿਸ਼ ਦੇ ਵਿੱਚ ਜਦੋਂ ਅਨੁਵਾਦ ਹੋ ਗਿਆ ਤਾਂ ਬਾਕੀ ਭਾਸ਼ਾਵਾਂ ਵਾਲਿਆਂ ਨੂੰ ਉਹਦਾ ਪੰਜਾਬੀ, ਹਿੰਦੀ, ਉਰਦੂ ਅਤੇ ਤਾਮਿਲ, ਤੇਲਗੂ ਹੋਰਨਾਂ ਬੋਲੀਆਂ ਦੇ ਵਿੱਚ ਅਨੁਵਾਦ ਕਰਨਾ ਸੌਖਾ ਹੋ ਗਿਆ, ਕਿਉਂਕਿ ਅੰਗਰੇਜ਼ੀ ਬਹੁਤ ਲੋਕ ਜਾਣਦੇ ਨੇ, ਸੰਸਕ੍ਰਿਤ ਬਹੁਤ ਘੱਟ ਲੋਕ ਨੇ ਜਾਣਨ ਵਾਲੇ। ਉਸ ਅੰਗਰੇਜ਼ ਵਿਦਵਾਨ ਨੇ ਸੰਸਕ੍ਰਿਤ ਚੰਗੀ ਤਰ੍ਹਾਂ ਸਮਝੀ, ਪੜ੍ਹੀ, ਅਤੇ ਫਿਰ ਉਹਨੂੰ ਆਪਣੇ ਢੰਗ ਦੇ ਨਾਲ ਇੰਗਲਿਸ਼ ਦੇ ਵਿੱਚ ਅਨੁਵਾਦ ਕਰ ਦਿੱਤਾ। ਇਹਦਾ ਨਾਮ ਰੱਖਿਆ ਹਿੰਦੂ ਮਿਥਿਹਾਸ ਕੋਸ਼। ਯਾਦ ਰੱਖਣਾ, ਮਿਥਿਹਾਸ ਦਾ ਮਤਲਬ ਹੁੰਦਾ ਮਿਥ, ਕਲਪਨਾ ਕੀਤੀ ਗਈ। ਇਤਿਹਾਸ ਹੋਰ ਚੀਜ਼ ਹੈ ਅਤੇ ਮਿਥਿਹਾਸ ਕਲਪਨਾ 'ਤੇ ਆਧਾਰਿਤ ਹੁੰਦਾ। ਉਹਨੇ ਇਹਦਾ ਨਾਮ ਹੀ ਮਿਥਿਹਾਸ ਕੋਸ਼ ਰੱਖਿਆ। ਉਸ ਮਿਥਿਹਾਸ ਕੋਸ਼ ਦੇ ਵਿੱਚ ਸਾਰੇ ਪਾਤਰਾਂ ਦਾ ਮੈਂ ਹਵਾਲਾ ਦਿੱਤਾ ਕਿ ਇਸ ਬਾਰੇ ਮਿਥਿਹਾਸ ਕੋਸ਼ ਆਹ ਕਹਿੰਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਆਹ ਲਿਖਿਆ ਹੈ, ਡਾਕਟਰ ਰਤਨ ਸਿੰਘ ਜੱਗੀ ਨੇ ਆਹ ਹਵਾਲਾ ਦਿੱਤਾ ਹੈ, ਅਤੇ ਫਿਰ ਇਹਦੇ ਬਾਰੇ ਗੁਰਬਾਣੀ ਕੀ ਕਹਿੰਦੀ ਹੈ, ਇਹਦੇ ਬਾਰੇ ਭਾਈ ਗੁਰਦਾਸ ਦਾ ਕੀ ਵਿਚਾਰ ਹੈ, ਅਤੇ ਅੱਜ ਵਿਗਿਆਨਕ ਢੰਗ ਦੇ ਨਾਲ ਸਾਨੂੰ ਕੀ ਸੋਚਣਾ ਚਾਹੀਦਾ ਹੈ। ਅਤੇ ਆਪਾਂ ਆਮ ਤੌਰ 'ਤੇ ਪੜ੍ਹਨ ਤੋਂ ਕਿਨਾਰਾ ਕਰ ਜਾਂਦੇ ਹਾਂ, ਸੁਣੀਆਂ ਸੁਣਾਈਆਂ ਗੱਲਾਂ 'ਤੇ ਯਕੀਨ ਕਰ ਲੈਂਦੇ ਹਾਂ। ਜੇ ਮੋਦੀ ਜੀ ਨੇ ਗੋਬਿੰਦ ਰਾਮਾਇਣ ਦੀ ਗੱਲ ਕਰ ਦਿੱਤੀ ਤਾਂ ਕੋਈ ਆਫਤ ਨਹੀਂ ਆਉਣ ਲੱਗੀ। ਸਟੇਜਾਂ ਦੇ ਉੱਤੇ ਬਹੁਤ ਕੁਝ ਰੋਜ਼ਾਨਾ ਬੋਲਿਆ ਜਾਂਦਾ, ਪਰ ਯਾਦ ਇਹ ਰੱਖਣਾ ਹੈ ਕਿ ਅਸੀਂ ਆਪ ਖੁਦ ਕੀ ਕਰਦੇ ਹਾਂ। ਸਾਡੇ ਸਿੱਖ ਸ਼ਕਲਾਂ ਵਾਲੇ, ਡੇਰਿਆਂ ਵਾਲੇ, ਟਕਸਾਲਾਂ ਵਾਲੇ ਅਤੇ ਸਾਡੇ ਲਿਖਾਰੀ ਵਿਦਵਾਨ ਉਹ ਇਹੀ ਕੁਛ ਤਾਂ ਲਿਖੀ ਜਾ ਰਹੇ ਨੇ ਰੋਜ਼। ਜਿਹੜਾ ਬਚਿੱਤਰ ਨਾਟਕ ਦਸਮ ਗ੍ਰੰਥ ਐਡਾ ਵੱਡਾ ਕੂੜ ਕੁਫਰ ਨਾਲ ਭਰਿਆ ਹੋਇਆ 1428 ਪੰਨਿਆਂ ਦਾ ਗੁਰੂ ਗੋਬਿੰਦ ਸਿੰਘ ਦੇ ਮੱਥੇ ਮੜਿਆ ਹੋਇਆ, ਕਦੀ ਉਹਦੇ ਤੋਂ ਵੀ ਛੁਟਕਾਰਾ ਪਾਵਾਂਗੇ ਆਪਾਂ। ਸਾਡੇ ਹਜੂਰ ਸਾਹਿਬ, ਪਟਨਾ ਸਾਹਿਬ ਅਤੇ ਇੱਥੇ ਮਹਿਤਾ ਚੌਂਕ ਜਿਹੜੀ ਟਕਸਾਲ ਹੈ, ਉਹਨਾਂ ਦੇ ਡੇਰੇ 'ਚ ਅਤੇ ਨਿਹੰਗਾਂ ਦੇ ਡੇਰਿਆਂ 'ਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਾਰੇ ਕਿਤੇ ਦਸਮ ਗ੍ਰੰਥ ਦਾ ਅਪਮਾਨਜਨਕ ਕਵਿਤਾਵਾਂ ਦਾ ਪ੍ਰਕਾਸ਼ ਕੀਤਾ ਹੋਇਆ। ਉਹਨਾਂ ਨੂੰ ਵੀ ਮੱਥੇ ਟੇਕੀ ਜਾਂਦੇ ਨੇ ਅਤੇ ਦਸਮ ਗ੍ਰੰਥ ਦੇ ਵੀ ਅਖੰਡ ਪਾਠ ਕੀਤੇ ਜਾਂਦੇ ਨੇ। ਬਕਾਇਦਾ ਹਜੂਰ ਸਾਹਿਬ ਵਾਲਿਆਂ ਨੇ ਤਾਂ ਆਪਣੇ ਮੈਗਜ਼ੀਨ ਜਿਹੜਾ ਛਪਦਾ ਉਹਨਾਂ ਦਾ, ਅਤੇ ਅੱਜ ਕੱਲ੍ਹ ਵੈਬਸਾਈਟ 'ਤੇ ਵੀ ਪਾਉਂਦੇ ਨੇ, ਅਤੇ ਉਹਦੇ ਵਿੱਚ ਬਕਾਇਦਾ ਲਿਖਿਆ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਪੈਸੇ ਤਾਂ ਘੱਟ ਨੇ, ਜੇ ਦਸਮ ਗ੍ਰੰਥ ਦਾ ਅਖੰਡ ਪਾਠ ਕਰਾਓਗੇ ਤਾਂ ਉਹਦੇ ਦੁੱਗਣੇ ਪੈਸੇ ਨੇ। ਉਹ ਤਾਂ ਉਹਦੇ ਅਖੰਡ ਪਾਠਾਂ ਦੇ ਫਲ ਵੀ ਦਿੰਦੇ ਨੇ, ਲੋਕਾਂ ਨੂੰ ਪੈਸੇ ਲੈ ਕੇ ਅਖੰਡ ਪਾਠ ਵੀ ਕਰਦੇ ਨੇ। ਆਪਾਂ ਜੇ ਅੱਖਾਂ ਖੋਲ੍ਹ ਕੇ ਰੱਖਾਂਗੇ, ਆਪਣੀਆਂ ਗਿਆਨ ਦਾ ਦਰਵਾਜ਼ਾ ਖੋਲ੍ਹ ਕੇ ਰੱਖਾਂਗੇ, ਕੋਈ ਕੀ ਕਹਿੰਦਾ ਇਹਦੀ ਬਹੁਤੀ ਪਰਵਾਹ ਨਾ ਕਰੋ। ਅਸੀਂ ਕੀ ਕਰਦੇ ਹਾਂ ਇਹਦੇ ਬਾਰੇ ਸੋਚਣ ਦੀ ਲੋੜ ਹੈ ਕਿ ਸਾਡੇ ਡੇਰਿਆਂ 'ਚ, ਸਾਡੇ ਘਰਾਂ 'ਚ, ਸਾਡੀਆਂ ਵੱਡੀਆਂ ਵੱਡੀਆਂ ਕਮੇਟੀਆਂ 'ਚ, ਸਾਡੇ ਗੁਰਦੁਆਰਿਆਂ 'ਚ, ਸਾਡੇ ਸਮਾਜ ਦੇ ਅਦਾਰਿਆਂ 'ਚ ਅਤੇ ਸਾਡੇ ਲੀਡਰਾਂ ਵੱਲੋਂ ਜੋ ਕੁਛ ਕੀਤਾ ਜਾ ਰਿਹਾ ਅਤੇ ਉਹਦੇ ਬਾਰੇ ਵੀ ਕਦੇ ਸੋਚ ਲਈਏ। ਅਤੇ ਇਹ ਮੋਦੀ ਨੇ ਕਹਿ ਦਿੱਤਾ, ਹਾਹਾਕਾਰ ਮਚ ਗਈ। ਇਹ ਤਾਂ ਬਹੁਤ ਕੁਝ ਸਾਡੇ ਆਪਣੀਆਂ ਸਟੇਜਾਂ 'ਤੇ ਰੋਜ਼ ਹੀ ਕਹਿੰਦੇ ਨੇ ਲੋਕ, ਅਸੀਂ ਲਵ ਕੁਸ਼ ਦੀ ਔਲਾਦ ਹਾਂ, ਅਸੀਂ ਉੱਥੋਂ ਪੈਦਾ ਹੋਏ ਹਾਂ, ਜਦੋਂ ਕਿ ਗੁਰੂ ਸਾਹਿਬ ਨੇ ਕਿਤੇ ਇੱਕ ਥਾਂ 'ਤੇ ਵੀ ਨਹੀਂ ਲਿਖਿਆ ਕਿ ਅਸੀਂ ਲਵ ਕੁਸ਼ ਦੀ ਔਲਾਦ ਹਾਂ, ਬਲਕਿ ਗੁਰੂ ਸਾਹਿਬ ਨੇ ਰਾਮ ਨੂੰ, ਆਦਿਕ ਨੂੰ ਇਹੋ ਹੀ ਆਖਿਆ, ਰੋਵੈ ਰਾਮ ਨਿਕਾਲਾ ਭਇਆ, ਜਾਂ ਫਿਰ ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ। ਉਹ ਤਾਂ ਸਾਰੇ ਚਲੇ ਗਏ ਭਾਈ, ਆਪਣੇ ਸਮੇਂ 'ਤੇ ਪੈਦਾ ਹੋਏ, ਜੇ ਪੈਦਾ ਹੋਏ ਨੇ ਤਾਂ ਇਹ ਤੋਂ ਵਿਦਾ ਵੀ ਹੋ ਗਏ ਨੇ। ਇਹਨਾਂ ਦੀ ਆਪਣੀਆਂ ਕਿਤਾਬਾਂ 'ਚ ਵੀ ਲਿਖਿਆ ਹੋਇਆ ਕਿ ਰਾਮ ਜੀ ਆਦਿਕ, ਉਹਨਾਂ ਨੇ ਜਦੋਂ ਉਹਨਾਂ ਦੇ ਮਹਿਸੂਸ ਹੋਇਆ ਕਿ ਉਮਰ ਸੀਮਾ ਪੂਰੀ ਹੋ ਗਈ ਹੈ, ਸਰਯੂ ਨਦੀ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਸਰੀਰ ਦਾ ਅੰਤ ਕਰ ਦਿੱਤਾ। ਉਹਨਾਂ ਦੇ ਪਿੱਛੇ ਹੀ ਲਛਮਣ ਜੀ ਚਲੇ ਗਏ, ਉਹਨਾਂ ਦੇ ਪਿੱਛੇ ਭਰਤ ਅਤੇ ਸ਼ਤਰੂਘਨ ਵੀ ਚਲੇ ਗਏ, ਅਤੇ ਬਹੁਤ ਕੁਝ ਇਹੋ ਜਿਹਾ ਇਹਨਾਂ ਦੀਆਂ ਆਪਣੀਆਂ ਕਿਤਾਬਾਂ 'ਚ ਲਿਖਿਆ ਪਿਆ। ਸਾਨੂੰ ਉਹਦੇ ਪਿੱਛੇ ਜਾਣ ਦੀ ਬਹੁਤੀ ਲੋੜ ਨਹੀਂ ਹੈ। ਸੋਚਣਾ ਤਾਂ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਸਮਝ ਕੇ, ਵਿਚਾਰ ਕੇ ਪੜ੍ਹਦੇ ਹਾਂ ਅਤੇ ਆਪਣੀ ਜ਼ਿੰਦਗੀ 'ਚ ਲਾਗੂ ਕਰਦੇ ਹਾਂ। ਇਹ ਦਸਮ ਗ੍ਰੰਥ ਦੇ ਵਿੱਚ ਇਹੋ ਜਿਹੀਆਂ ਕਹਾਣੀਆਂ ਬਹੁਤ ਜ਼ਿਆਦਾ ਲਿਖੀਆਂ ਹੋਈਆਂ ਨੇ, ਅਤੇ ਉਹਨਾਂ ਨੂੰ ਕਦੀ ਆਪ ਲੈ ਕੇ ਪੜ੍ਹ ਕੇ ਵੇਖ ਲਓ। ਪੜ੍ਹਦਿਆਂ ਬੰਦਾ, ਮੇਰਾ ਤਾਂ ਖਿਆਲ ਹੈ ਕਿ ਜ਼ਰੂਰ ਅੱਧ ਪਾਗਲ ਤਾਂ ਹੋ ਹੀ ਜਾਵੇਗਾ, ਕਿਉਂਕਿ ਉਹ ਕਹਾਣੀਆਂ ਨਾ ਇਤਿਹਾਸ ਹੈ, ਨਾ ਸਾਡੇ ਕਿਸੇ ਕੰਮ ਆਉਣ ਵਾਲੀਆਂ ਨੇ, ਅਤੇ ਨਾ ਸੱਚਾਈ 'ਤੇ ਆਧਾਰਿਤ ਨੇ।
ਉਹ ਤਾਂ ਉਹਦੀ ਭਾਸ਼ਾ ਵੀ ਅਜਿਹੀ ਵਰਤੀ ਹੋਈ ਹੈ, ਜੇ ਮੈਂ ਇੱਥੇ ਬੋਲਣ ਲੱਗ ਪਵਾਂ ਤੁਸੀਂ ਕਹੋਗੇ ਕਿਉਂ ਪਾਗਲਪਣ ਘੋਟਣ ਲੱਗੇ ਆ। ਇਹੋ ਜਿਹੀ ਭੱਦੀ ਸ਼ਬਦਾਵਲੀ ਵਰਤੀ ਹੋਈ ਆ ਬਹੁਤ ਥਾਵਾਂ 'ਤੇ, ਬੰਦਾ ਬੋਲ ਵੀ ਨਹੀਂ ਸਕਦਾ। ਤੁਸੀਂ 228 ਪੰਨੇ ਤੋਂ 234 ਪੰਨੇ ਤੱਕ ਦਸਮ ਗ੍ਰੰਥ ਦੇ ਵਿੱਚੋਂ ਇੱਦਾਂ ਦੀ ਸ਼ਬਦਾਵਲੀ ਵੀ ਪੜ੍ਹ ਲਓਗੇ। ਗਾਗੜ ਦੰਗ ਗੜਾ, ਝਾਗੜ ਦੰਗ ਚੜਾ, ਠਾਗੜ ਦੰਗ ਠੜਾ, ਦਾਗੜ ਦੰਗ ਦੜਾ, ਗੜਾ ਗੜਾ, ਦੜਾ ਦੜਾ, ਪੜਾ ਪੜਾ, ਇਹ ਚੀਜ਼ਾਂ ਵੀ ਦਸਮ ਗ੍ਰੰਥ ਦੇ ਵਿੱਚ ਲਿਖੀਆਂ ਹੋਈਆਂ ਨੇ। ਕਿ ਦਸਵੇਂ ਪਾਤਸ਼ਾਹ ਇਹ ਸਾਰਾ ਕੁਝ ਲਿਖਣਗੇ? ਗੁਰੂ ਪਿਆਰ ਵਾਲਿਓ, ਮੋਦੀ ਜੀ ਨੇ ਜਿਹੜਾ ਕੋ ਕਹਿਤਾ ਬਹੁਤੀ ਪਰਵਾਹ ਨਾ ਕਰੋ। ਤੁਸੀਂ ਆਪ ਵੇਖੋ ਕਿ ਅਸੀਂ ਕੀ ਕਰਨਾ, ਕੀ ਪੜ੍ਹਨਾ, ਕਿਹੜਾ ਜ਼ਿੰਦਗੀ 'ਚ ਲਾਗੂ ਕਰਨਾ ਅਤੇ ਕਿਹੋ ਜਿਹੇ ਸਿਆਣੇ ਸਿੱਖ ਬਣ ਕੇ ਆਪਾਂ ਜ਼ਿੰਦਗੀ ਬਸਰ ਕਰਨੀ ਹੈ। ਸਵਾਲ ਨੰਬਰ 280 ਭਾਈ ਸੂਬਾ ਸਿੰਘ, ਇਹਨਾਂ ਦਾ ਸਵਾਲ ਹੈ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਸ਼ਬਦ ਦਾ ਕੀ ਭਾਵ ਹੈ? ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਸ਼ਲੋਕ 12 ਤੇ ਵਧੀਕ ਪੰਨਾ 1412 ਦੇ ਉੱਤੇ ਦਰਜ ਕੀਤਾ ਹੋਇਆ। ਇਹ ਸ਼ਬਦ ਨੂੰ ਆਪਾਂ 4 ਪੰਕਤੀਆਂ ਨੇ, ਪਹਿਲਾਂ ਉਹ ਪੜ੍ਹ ਲਈਏ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਇੱਕ ਬੰਦ ਹੈ। ਇੱਥੇ ਇੱਕੋ ਬੰਦ ਦੇ ਜੇ ਅਰਥ ਕਰਾਂਗੇ ਤਾਂ ਕਈ ਵਾਰੀ ਭੁਲੇਖਾ ਲੱਗ ਸਕਦਾ ਹੈ। ਅਸਲ ਦੇ ਵਿੱਚ ਇਹਦਾ ਭਾਵ ਹੈ ਗੁਰੂ ਸਾਹਿਬ ਦਾ ਕਿ ਜਿਹੜਾ ਵੀ ਤੁਸੀਂ ਕੰਮ ਕਰਨਾ ਹੈ ਉਹਦੇ ਵਿੱਚ ਮੁਸ਼ਕਲਾਂ ਤਾਂ ਆਉਣਗੀਆਂ, ਡਰਪੋਕ ਨਾ ਬਣ ਜਾਇਓ। ਜੇ ਕੰਮ ਸ਼ੁਰੂ ਕਰ ਹੀ ਲਿਆ ਤਾਂ ਕੰਬਣ ਨਾ ਲੱਗ ਜਾਇਓ, ਅਤੇ ਫਿਰ ਤੁਹਾਨੂੰ ਉਹ ਕੰਮ ਪੂਰ ਚਾੜ੍ਹਨ ਵਾਸਤੇ ਕਈ ਸਾਰੀਆਂ ਮੁਸ਼ਕਲਾਂ ਵੀ ਆਉਣਗੀਆਂ। ਡਰਨਾ ਨਹੀਂ, ਪਲਾਨਿੰਗ ਬਣਾ ਕੇ ਅੱਗੇ ਵਧਣਾ। ਅਤੇ ਆਪਾਂ ਆਮ ਜ਼ਿੰਦਗੀ ਦੇ ਵਿੱਚ ਵੀ ਧਿਆਨ ਮਾਰ ਲਈਏ। ਅਸੀਂ ਜੇ ਬੇਧਿਆਨੇ ਹੋ ਜਾਈਏ, ਗੱਡੀ ਚਲਾਉਂਦੇ ਹਾਂ, ਜਰਾ ਕੁ ਬੇਧਿਆਨੇ ਹੋਣ ਦੇ ਨਾਲ ਬ੍ਰੇਕ 'ਤੇ ਪੈਰ ਨਾ ਰੱਖੀਏ ਤਾਂ ਐਕਸੀਡੈਂਟ ਦੇ ਵਿੱਚ ਜਾਨਾਂ ਜਾ ਸਕਦੀਆਂ ਨੇ। ਸਟੇਅਰਿੰਗ ਦੀ ਠੀਕ ਵਰਤੋਂ ਨਾ ਕਰੀਏ, ਸਮੇਂ ਸਿਰ ਨਾ ਮੋੜੀਏ ਤਾਂ ਜਾਨਾਂ ਜਾ ਸਕਦੀਆਂ ਨੇ। ਅਤੇ ਕੋਈ ਵੀ ਹੋਰ ਕੰਮ ਕਰਨ ਲੱਗੇ ਹਾਂ ਬੇਧਿਆਨੀ ਦੇ ਨਾਲ ਅਸੀਂ ਖਤਮ ਹੋ ਸਕਦੇ ਹਾਂ, ਅਤੇ ਕਈ ਵਾਰੀ ਤਾਂ ਕੌਮੀ ਨੁਕਸਾਨ ਵੀ ਇੱਕ ਲੀਡਰ ਦੇ ਕਾਰਨ ਹੋ ਜਾਂਦੇ ਨੇ। ਇਹ ਜਿਹੜੀ ਜ਼ਿੰਦਗੀ ਹੈ, ਇੱਥੇ ਗੁਰੂ ਸਾਹਿਬ ਕਹਿ ਰਹੇ ਨੇ, ਜੇ ਤੁਸੀਂ ਗੁਰੂ ਨੂੰ ਪਿਆਰ ਕਰਨਾ ਹੈ, ਤੁਸੀਂ ਰੱਬ ਨੂੰ ਪਿਆਰ ਕਰਨਾ ਹੈ, ਤੁਸੀਂ ਸਮਾਜ ਨੂੰ ਪਿਆਰ ਕਰਨਾ ਹੈ, ਆਪਣੇ ਪਰਿਵਾਰ ਨੂੰ ਜੇ ਪਿਆਰ ਕਰਨਾ ਹੈ, ਤਾਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਅਤੇ ਫਿਰ ਡੋਲ ਨਾ ਜਾਇਓ, ਘਬਰਾ ਨਾ ਜਾਇਓ, ਸਹੀ ਫੈਸਲੇ ਲੈਣ ਦੀ ਯੋਗਤਾ ਆਪਣੇ ਅੰਦਰ ਪੈਦਾ ਕਰਿਓ। ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਜਿਹੜੀਆਂ ਮੁਸ਼ਕਲਾਂ ਭਰੇ ਰਾਹ ਨੇ, ਮਾਨੋ ਆਪਣਾ ਸਿਰ ਤਲੀ 'ਤੇ ਰੱਖਣ ਵਾਂਗ ਹੁੰਦਾ ਹੈ। ਇੱਥੇ ਕਈਆਂ ਵੀਰਾਂ ਨੇ ਸੱਚੀ ਮੁੱਚੀ ਸਿਰ ਕੱਟ ਕੇ ਬਾਬਾ ਦੀਪ ਸਿੰਘ ਦਾ ਤਲੀ 'ਤੇ ਰਖਵਾ ਦਿੱਤਾ ਹੈ। ਇਹ ਵਾਜਬ ਨਹੀਂ ਹੈ। ਭਾਵ ਹੈ ਨਿਡਰ ਹੋ ਕੇ, ਬੇਖੌਫ ਹੋ ਕੇ ਆਪਣਾ ਕਾਰਜ ਕਰਨਾ। ਜਿੰਨੀਆਂ ਮਰਜ਼ੀ ਮੁਸੀਬਤਾਂ ਆਉਣ, ਡਰ ਕੇ ਨਹੀਂ ਭੱਜਣਾ। ਇਤ ਮਾਰਗ ਪੈਰ ਧਰੀਜੈ, ਇਸ ਮਾਰਗ 'ਤੇ ਜਦੋਂ ਚੱਲ ਹੀ ਪਏ ਹਾਂ, ਸਿਰ ਦੀਜੈ ਕਾਣ ਨਾ ਕੀਜੈ। ਜੇ ਅੰਤ ਵੀ ਕਿਤੇ ਆ ਹੀ ਗਿਆ, ਮੁਸੀਬਤਾਂ ਦੇ ਵਿੱਚ ਘਿਰ ਗਏ, ਤਾਂ ਉਦੋਂ ਵੀ ਹਾਰ ਨਹੀਂ ਮੰਨਣੀ, ਤਾਂ ਮੌਤ ਨੂੰ ਵੀ ਖਿੜੇ ਮੱਥੇ ਸਵੀਕਾਰ ਕਰਨਾ ਹੈ। ਕਿਉਂਕਿ ਜੰਗਾਂ ਯੁੱਧਾਂ ਦੇ ਵਿੱਚ ਸਾਡੇ ਯੋਧਿਆਂ ਨੇ ਲੜਦਿਆਂ ਹੋਇਆਂ ਜਾਨਾਂ ਤੱਕ ਵੀ ਵਾਰਨੀਆਂ ਨੇ। ਪਰ ਇਹ ਨਾ ਸਮਝ ਲੈਣਾ ਕਿ ਜਾਣ ਬੁੱਝ ਕੇ ਜਾਨ ਵਾਰ ਦੇਣੀ ਹੈ। ਦੇਖਣਾ ਇਹ ਹੈ ਕਿ ਜਿਤਨੀ ਦੇਰ ਤੱਕ ਜਿਉਂਦੇ ਰਹਿ ਕੇ ਮੈਂ ਆਪਣੇ ਆਪੇ ਦਾ, ਆਪਣੇ ਸਮਾਜ ਦਾ ਭਲਾ ਕਰ ਸਕਦਾ ਉਹ ਕਰਾਂਗਾ, ਪਰ ਗਲਤ ਸਮਝੌਤਾ ਕੋਈ ਨਹੀਂ ਕਰਾਂਗਾ ਜਿਹੜਾ ਕਿ ਮੇਰੀ ਕੌਮ ਵਾਸਤੇ ਨੁਕਸਾਨਦੇਹ ਹੋਵੇ। ਅਤੇ ਇਸ ਤਰ੍ਹਾਂ ਇਹ ਜਿਹੜਾ ਸ਼ਬਦ ਵੀ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੈ ਕਿ ਭਾਈ ਦਲੇਰ ਹੋ ਕੇ, ਸਿਆਣੇ ਬਣ ਕੇ ਆਪਣੇ ਨਿਯਮਾਂ 'ਤੇ, ਆਪਣੇ ਅਸੂਲਾਂ 'ਤੇ ਡਟ ਕੇ ਪਹਿਰਾ ਦਿਓ। ਗੁਰੂ ਪਿਆਰ ਵਾਲਿਓ, ਇੱਥੇ ਆਪਾਂ ਇਹ ਸਵਾਲ ਜਵਾਬ ਦਾ ਭਾਗ ਨੰਬਰ ਜਿਹੜਾ 27 ਹੈ ਉਹ ਸਮਾਪਤ ਕਰ ਰਹੇ ਹਾਂ। ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਦਿਲਚਸਪੀ ਨਾਲ ਇਹਨੂੰ ਸੁਣੋਗੇ, ਵਿਚਾਰੋਗੇ ਅਤੇ ਆਪਣੇ ਮਾਨਸਿਕ ਵਿਕਾਸ ਕਰਦੇ ਰਹੋਗੇ। ਇਹਦੇ ਵਿੱਚ ਵੀ ਬੋਲਦਿਆਂ ਕਈ ਸਾਰੀਆਂ ਭੁੱਲਾਂ ਹੋ ਸਕਦੀਆਂ ਨੇ। ਤੁਸੀਂ ਸਾਰੇ ਹੋਰ ਵੱਧ ਤੋਂ ਵੱਧ ਵਿੱਦਿਆ ਹਾਸਲ ਕਰਨੀ ਹੈ, ਗੁਰਬਾਣੀ ਨੂੰ ਪੜ੍ਹਨਾ ਹੈ, ਵਿਗਿਆਨਕ ਆਧਾਰ 'ਤੇ ਚੰਗੇ ਵਿਦਵਾਨਾਂ ਦੀਆਂ ਲਿਖੀਆਂ ਕਿਤਾਬਾਂ ਉਹ ਵੀ ਪੜ੍ਹਨ ਦਾ ਯਤਨ ਕਰਨਾ ਹੈ। ਅਤੇ ਨੈੱਟ ਦੇ ਉੱਤੋਂ, YouTube ਤੋਂ, Facebook ਤੋਂ ਜੋ ਵੀ ਤੁਸੀਂ ਪੜ੍ਹੋ, ਇਹ ਜ਼ਰੂਰ ਧਿਆਨ ਰੱਖਿਓ, ਸਮਾਂ ਬਰਬਾਦ ਕਰਨ ਵਾਸਤੇ ਗਲਤ ਮਲਤ ਚੀਜ਼ਾਂ ਪੜ੍ਹਨ ਤੋਂ ਸੰਕੋਚ ਕਰੋ। ਜਿਹੜੀ ਤੁਹਾਡੀ ਜ਼ਿੰਦਗੀ ਨੂੰ ਸੁਧਾਰਨ ਵਾਲੀ ਸਿੱਖਿਆਦਾਇਕ ਕੋਈ ਚੀਜ਼ ਹੈ, ਕੋਈ ਲੈਕਚਰ ਹੈ ਅਤੇ ਕੋਈ ਹੋਰ ਕਥਾ ਵਾਰਤਾ ਹੈ, ਉਹਨੂੰ ਜ਼ਰੂਰ ਪੜ੍ਹੋ, ਸੁਣੋ, ਅਤੇ ਨਹੀਂ ਤਾਂ ਸਮਾਂ ਬਰਬਾਦ ਕਰਨ ਤੋਂ ਆਪਣੇ ਆਪ ਨੂੰ ਬਚਾਓ। ਹੋਈਆਂ ਭੁੱਲਾਂ ਲਈ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।